मेरे राम राय तू संतां का संत तेरे, मेरे राम राय तू संतां का संत तेरे। ਉੱਥੇ ਇੱਕ ਇਹਨਾਂ ਨੇ ਜਿਹੜਾ ਬਹੁਤ ਸ਼ੁਰੂ 'ਚ ਲਾਈਟਰ ਵੇਂਚ ਜਿਹੜੀ ਗੱਲ ਕਹੀ ਹੈ ਕਿ ਇਹ ਸੰਗਤੀ ਕਚਹਿਰੀ ਵਿੱਚ ਉਹ ਆ ਕੇ ਆਪਣੇ ਆਪ ਨੂੰ that is ਔਰ ਇਹਨਾਂ ਨੇ ਇਸ ਚੀਜ਼ ਨੂੰ ਲਾਈਕ ਕੀਤਾ that is the very brighter part of ਡਾਕਟਰ ਤੇਜਿੰਦਰ ਕੌਰ ਜੀ। ਔਰ ਇਹਨਾਂ ਦੇ ਇਸ ਅਪਰੋਚ ਤੋਂ ਹੋਰ ਬੜੀਆਂ ਸੰਭਾਵਨਾਵਾਂ ਜਿਹੜੀਆਂ ਕਿ ਦੁਬਾਰਾ ਇਹਨਾਂ ਨਾਲ ਇਹ ਗੱਲ ਨੂੰ ਅੱਗੇ ਤੋਰਿਆ ਜਾ ਸਕਦਾ ਹੈ ਔਰ ਇਹਨਾਂ ਦੇ ਨਾਲ ਇਹੋ ਜਿਹੇ ਇਸ਼ੂਜ਼ ਨੂੰ ਟੇਕ ਅਪ ਕੀਤਾ ਜਾ ਸਕਦਾ ਹੈ। ਆਈ ਫੀਲ ਬੀਇੰਗ ਓਪਨ ਟੂ ਦਿਸ ਡਿਸਕਸ਼ਨ ਮੀਨਸ ਅ ਲੋਟ, ਸੋ ਵੀ ਆਰ ਵੈਰੀ ਥੈਂਕਫੁਲ ਡਾਕਟਰ ਤੇਜਿੰਦਰ ਕੌਰ ਜੀ। ਵੀਲ ਕੀਪ ਕਮਿੰਗ, ਆਪਾਂ ਹਾਲੇ ਦੋ ਜਾਂ ਤਿੰਨ ਰਾਊਂਡ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਅਸੀਂ ਵਿਚਾਰਾਂ ਕਰੀਏ। ਜਿਹੜਾ ਇੱਕ ਆਪ ਜੀ ਨੇ ਵਿਚਾਰ ਗੱਲ ਕੀਤੀ ਹੈ ਬੜੀ ਇੱਕ ਅਹਿਮ ਗੱਲ ਹੈ, ਕਿਉਂਕਿ ਜਦੋਂ ਇਹਨਾਂ ਨੇ ਆਤਮ ਪ੍ਰਕਾਸ਼ 'ਚ 70 ਕਿਤਾਬਾਂ ਬਣਾਉਣੀਆਂ ਤਾਂ ਤੁਸੀਂ ਜਿਹੜਾ ਇੱਕ ਲੈਂਗੁਏਜ ਦਾ ਇਸ਼ੂ ਹੈ, ਜਦੋਂ ਮਾਤ ਭਾਸ਼ਾ ਦੇ ਵਿੱਚ ਸਾਇੰਟੀਫਿਕ ਸਬਜੈਕਟਸ ਨੂੰ ਡੀਲ ਕਰਨਾ, ਆਈ ਫੀਲ ਇਹਦੇ ਬਾਰੇ ਇੱਕ ਟਿੱਪਣੀ ਮੈਂ ਡਾਕਟਰ ਵਰਿੰਦਰਪਾਲ ਸਿੰਘ ਨੂੰ ਕਹਾਂਗਾ ਵੀ ਆਪਾਂ ਫਸਟ ਰਾਊਂਡ 'ਚ 2-3 ਮਿੰਟ ਲਗਾਉਂਦੇ ਹਾਂ, ਵਿਲ 2-3 ਇਸ਼ੂਜ਼ ਆਪਾਂ ਹੋਰ ਵਿਚਾਰਨਾ ਚਾਹੁੰਦੇ ਹਾਂ। ਅਤੇ ਡਾਕਟਰ ਵਰਿੰਦਰਪਾਲ ਸਿੰਘ ਇਹਦੇ ਬਾਰੇ ਤੁਸੀਂ ਥੋੜ੍ਹਾ ਬਹੁਤ, ਬਿਕੋਜ਼ ਦਿਸ ਇਜ਼ ਅ ਕੀ ਇਸ਼ੂ। ਜੀ 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 ਜਿਹੜਾ ਸਭ ਤੋਂ ਐਪਰੀਸ਼ੀਏਟ ਕਰਨ ਵਾਲਾ ਪਾਰਟ ਮੈਨੂੰ ਬੁੱਕ ਦੀ ਤਿਆਰੀ ਦੇ ਵਿੱਚ ਲੱਗਾ, ਜਿਹਦੀ ਸਭ ਤੋਂ ਸਖਤ ਜ਼ਰੂਰਤ ਹੈ ਇੰਟਰਨੈਸ਼ਨਲ ਸਿਨੇਰੀਓ ਆਫ ਐਜੂਕੇਸ਼ਨ ਦੇ ਵਿੱਚ, ਕਿ ਇਹਨਾਂ ਨੇ ਹਿੰਦੀ, ਇੰਗਲਿਸ਼, ਪੰਜਾਬੀ ਸ਼ੁਰੂ ਤੋਂ ਹੀ ਉਹਨੂੰ ਸਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਅੱਜ ਕੱਲ੍ਹ ਅਸੀਂ ਇਹ ਫੀਲ ਕਰ ਰਹੇ ਸੀ ਕਿ ਗੈਪ ਹੈ ਜਿਹੜਾ ਵੱਡਾ ਗੈਪ ਕਿਉਂ ਹੋ ਰਿਹਾ ਹੈ, ਕਿ ਪਬਲਿਕ ਸਕੂਲ ਦੇ ਵਿੱਚ ਬੱਚਾ 2.5 ਸਾਲ ਦਾ ਜਾਂਦਾ ਹੈ, ਸਰਕਾਰੀ ਸਕੂਲ ਦੇ ਵਿੱਚ ਬੱਚਾ 5 ਸਾਲ ਦਾ ਜਾਂਦਾ ਹੈ, ਔਰ ਉਹ ਵੀ ਘੱਟ ਤਿਆਰੀ ਦੇ ਨਾਲ। ਉਸ ਤਰ੍ਹਾਂ ਦੇ ਮਾਂ-ਬਾਪ ਦਾ ਬੱਚਾ ਉਸ ਤਰ੍ਹਾਂ ਦੀ ਸੋਸ਼ੀਓ ਇਕਨੋਮਿਕ ਲੈਵਲ ਤੋਂ, ਇਹ ਬਹੁਤ ਵੱਡੀ ਪ੍ਰੋਬਲਮ ਹੈ। 6ਵੀਂ ਦੀ ਜਗ੍ਹਾ ਸ਼ੁਰੂ ਤੋਂ ਇੰਨੇ ਸੌਖੇ ਤਰੀਕੇ ਦੇ ਨਾਲ ਅਗਰ ਇਹ ਐਫਰਟ ਹੈ ਜਿਹੜਾ ਉਹ ਸਰਕਾਰੀ ਲੈਵਲ 'ਤੇ ਅਸੀਂ ਡਿਸਕਸ ਕਰਕੇ ਅਗਰ ਇਸ ਤਰ੍ਹਾਂ ਦਾ ਹੋ ਸਕਦਾ, ਤਾਂ ਕਿ ਭਾਸ਼ਾ, ਸਾਈਕੋਲੋਜੀਕਲ ਅਪਰੋਚ ਔਰ ਉਸ ਹਿਸਾਬ ਸਾਰਾ ਕਰੀਕੂਲਮ ਨੂੰ ਧਿਆਨ 'ਚ ਰੱਖ ਕੇ ਵੀ ਉਹ ਸਾਰੀ ਗੱਲਬਾਤ ਹੈ ਜਿਹੜੀ ਉਸ ਤਰ੍ਹਾਂ ਦੀ ਕਿਤਾਬ ਬਣਾਈ ਜਾ ਸਕੇ, ਉਹ ਬਹੁਤ ਅੱਛਾ ਉਪਰਾਲਾ ਹੈ। ਜੀ ਡਾਕਟਰ ਸਾਹਿਬ, ਇਹਦੇ 'ਚ ਕੀ ਸੀਗਾ ਤੁਸੀਂ ਜਿਹੜਾ ਗੱਲ ਕੀ ਹੈ, ਇਹਨਾਂ ਨੇ ਮਤਲਬ ਦਾ ਟਰਾਂਸਲਿਟਰੇਸ਼ਨ ਪਾਰਟ ਨੂੰ ਬੜਾ ਰੱਖਿਆ, ਹਰ ਅੱਖਰ ਦਾ ਪੰਜਾਬੀ, ਹਿੰਦੀ, ਇੰਗਲਿਸ਼। ਔਰ ਜੇ ਫਰੈਂਚ ਦੀ ਗੱਲ ਕਰੀਏ ਤਾਂ ਈਵਨ ਦਿਸ ਕੈਨ ਕੰਟੀਨਿਊ ਫॉर ਟੂ ਇੰਟਰਨੈਸ਼ਨਲਾਈਜ਼, ਕਿ ਫਰੈਂਚ ਵਿੱਚ ਹੋ ਸਕਦਾ ਇਟ ਵਿਲ ਬੀ ਤ੍ਰੇਬੋ। ਇਸ ਤੋਂ ਆਪ ਕੋਲ ਨੇ ਡਾਕਟਰ ਸਾਹਿਬ ਟੂ ਹਾਊ ਇੰਟਰਨੈਸ਼ਨਲਾਈਜ਼ ਕਿਵੇਂ ਹੋ ਸਕਦਾ ਲੈਂਗੁਏਜ ਵਾਈਜ਼, ਬਟ ਇੱਕ ਜਿਹੜੀ ਮਾਤ ਭਾਸ਼ਾ ਦਾ ਇਸ਼ੂ ਹੈ ਡਾਕਟਰ ਵਰਿੰਦਰਪਾਲ ਸਿੰਘ। ਡਾਕਟਰ ਸਾਹਿਬ ਨੇ ਬੜਾ ਪਚੀਤਾ ਜਿਹਾ ਸਵਾਲ ਮੈਨੂੰ ਟਰਾਂਸਫਰ ਕਰ ਦਿੱਤਾ। ਅਤੇ ਪਹਿਲਾਂ ਤਾਂ ਮੈਂ ਬਤੌਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਮੁਲਾਜ਼ਮ ਹੁੰਦਿਆਂ ਹੋਇਆਂ, ਇੱਕ ਸੇਵਾਦਾਰ ਹੁੰਦਿਆਂ ਹੋਇਆਂ, ਮੈਨੂੰ ਮਾਣ ਹੈ ਇਸ ਗੱਲ ਦੀ ਕਿ ਡਾਕਟਰ ਐਸ.ਪੀ. ਸਿੰਘ ਹੋਰਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਅੰਡਰਲਾਈਨ ਕੀਤਾ। ਔਰ ਮੈਂ ਇਹ ਗੱਲ ਹੋਰ ਕਹਿਣੀ ਚਾਹੁੰਦਾ, ਜੇ ਡਾਕਟਰ ਤੇਜਿੰਦਰ ਕੌਰ ਮੈਨੂੰ ਅਲਾਓ ਕਰਨ, ਡਾਕਟਰ ਤੇਜਿੰਦਰ ਕੌਰ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਡਕਟ ਨੇ। ਇਹ ਸਾਡੇ ਡਾਇਰੈਕਟਰ ਰਹੇ ਨੇ KVKS ਦੇ ਵਿੱਚ। ਔਰ ਮੈਨੂੰ ਇਹ ਪਹਿਲੀ ਵਾਰੀ ਉਦੋਂ ਪਤਾ ਲੱਗਿਆ ਜਦੋਂ ਰਾਮਗੜੀਆ ਕਾਲਜ ਦੇ ਵਿੱਚ ਅਸੀਂ ਇੱਕ ਕਾਨਫਰੰਸ ਕਰਵਾਈ ਸੀ, ਉਹਨਾਂ ਨੇ ਉੱਥੇ ਪ੍ਰੈਜ਼ਾਈਡਰ ਕੀਤਾ। ਹਾਲਾਂਕਿ ਮੈਂ ਵੀ ਯੂਨੀਵਰਸਿਟੀ ਵਿੱਚ ਕੰਮ ਕਰਦਾ, ਪਰ ਸਾਡਾ ਕਦੀ ਰਾਬਤਾ ਨਹੀਂ ਸੀ ਹੋਇਆ, ਉਦੋਂ ਮੈਨੂੰ ਪਤਾ ਲੱਗਿਆ। ਸੋ ਇਹ ਪਰਮਾਤਮਾ ਦੀ ਕਿਰਪਾ ਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉੱਤੇ, ਔਰ ਇਹ ਬਣੀ ਰਹੇ। ਔਰ ਅਸੀਂ ਖੇਤੀਬਾੜੀ ਯੂਨੀਵਰਸਿਟੀ ਸਾਰੇ ਮਾਣ ਕਰਦੇ ਹਾਂ, ਸਾਡੇ ਸਮਾਜ ਨੂੰ ਇਹ ਦੇਣ ਚੱਲਦੀ ਰਹੇ। ਇੱਕ ਮਿੰਟ, ਇਹ ਗੱਲ ਜਿਹੜੀ ਮੈਂ ਜਿਸ ਕੰਟੈਕਸਟ ਵਿੱਚ ਕਹੀ ਸੀ ਖੇਤੀਬਾੜੀ ਯੂਨੀਵਰਸਿਟੀ ਦੀ, ਕਿ ਖੇਤੀਬਾੜੀ ਯੂਨੀਵਰਸਿਟੀ 'ਚ ਕਿਸੇ ਕਿਸਮ ਦੀ ਕੋਈ ਪੈਟਰਨੇਜ ਡਾਇਰੈਕਟ ਨਹੀਂ ਸੀ, ਪਰ ਉੱਥੋਂ ਕਿਉਂ ਪੈਦਾ ਹੋਏ ਸਟੂਡੈਂਟ, ਔਰ ਉਸ ਵੇਲੇ ਪੈਦਾ ਹੋਏ ਸੀ ਜਿਸ ਵੇਲੇ ਕੋਈ ਗੱਲ ਕਰਨ ਦਾ ਹੌਸਲਾ ਨਹੀਂ ਸੀ ਕਰਦਾ। ਕਿਉਂਕਿ ਮੈਂ ਉਸ ਵੇਲੇ ਲੁਧਿਆਣੇ ਵਿੱਚ ਹੀ ਸੀ ਔਰ ਮੈਂ ਟੀਚਰ ਸੀ, ਅਤੇ ਮੈਂ ਉਸ ਵੇਲੇ ਇਨਵੋਲਵ ਹੋਇਆ ਸੀ ਸ਼ੁਰੂ 'ਚ। ਔਰ ਲੇਕਿਨ ਉਸ ਤੋਂ ਬਾਅਦ ਅੱਗੇ ਜਾ ਕੇ ਕੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੋ ਰਿਹਾ, ਜੇ ਨਹੀਂ ਰਿਹਾ ਤਾਂ ਕਿਉਂ ਨਹੀਂ ਰਿਹਾ? ਉਹਦਾ ਕਾਰਨ ਇਹ ਹੈ ਕਿ ਜਿਹੜੇ ਸ਼ੁਰੂ ਕਰਨ ਦੇ ਵਿੱਚ ਜਿਹੜਾ ਸਚਿਆਰ ਦੀ ਗੱਲ ਸੀ ਉਹ ਉੱਪਰ ਜਾਣ ਦੀ ਥਾਂ 'ਤੇ ਥੱਲੇ ਕਿਉਂ ਗਈ ਹੈ, ਜਿਸ ਕਰਕੇ ਫਿਰ ਕਈ ਇਹਨਾਂ ਦੇ ਅੱਗੋਂ ਜਿਹੜੇ ਨੇ ਉਹ ਟੁੱਟ ਭੱਜ ਹੋ ਕੇ ਔਰ ਵੱਖਰੀ ਵੱਖਰੀ ਤਰ੍ਹਾਂ ਦੇ ਆਧਾਰ ਬਣ ਗਏ। ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਉਹ ਨਹੀਂ ਜੋ ਬਣਿਆ ਸੀ, ਤੇ ਜਿਹੜਾ ਸਿਲਤ ਸਚਿਆਰਾਂ ਦਾ ਬਣਿਆ ਸੀ ਉਹ ਕਿਉਂ ਨਹੀਂ ਹੋਇਆ? ਸਚਿਆਰ ਬਣਾ ਕੇ ਵੀ ਜੇ ਅਸੀਂ ਸਚਿਆਰ ਉਹਨਾਂ ਨੂੰ ਨਾ ਰੱਖ ਸਕੇ, ਉਹ ਵੀ ਸਾਡੇ ਲਈ, ਵਿਦਿਆਰਥੀਆਂ ਲਈ, ਸਾਡੇ ਸਮਾਜ ਲਈ ਕੁਐਸਚਨ ਮਾਰਕ ਖੜਾ ਕਰੇਗਾ ਕਿ ਇਹ ਕਿਉਂ ਡਿਗਰੇਡੇਸ਼ਨ ਹੋਈ ਹੈ। ਔਰ ਇਸ ਕਰਕੇ ਕਿ ਸੱਚੇ ਤੌਰ ਦੇ ਉੱਤੇ ਸਚਿਆਰ ਬਣੇ ਸਨ ਕਿ ਨਹੀਂ ਬਣੇ ਸਨ, ਇਹ ਦੇਖਣ ਵਾਲੀ ਗੱਲ ਹੈ ਕਿ ਉਹਦਾ ਉਹਨਾਂ ਨੇ ਚਿਹਰਾ ਮੋਹਰਾ ਬਣਾਇਆ ਸੀ
ਜੇ ਉਹ ਸਚਿਆਰ ਸੱਚ ਵਿੱਚ ਹੀ ਹੁੰਦੇ ਤਾਂ ਉਹਨਾਂ ਤੋਂ ਟੁੱਟ ਕੇ ਕੋਈ ਨਹੀਂ ਸੀ ਜਾਂਦਾ, ਭਾਵੇਂ ਉਹ ਸਹਿਜ ਪਾਠ ਵਾਲੇ ਹੋਣ, ਭਾਵੇਂ ਵਰਿੰਦਰ ਹੋਰੀ ਹੋਣ, ਭਾਵੇਂ ਚਰਨ ਕਮਲ ਹੋਰੀ ਹੋਣ ਜਾਂ ਦੂਜੇ ਵੀ ਹੋਣ। ਸੋ ਮੇਰਾ ਪ੍ਰਸ਼ਨ ਇਹ ਹੈ ਕਿ ਸਾਨੂੰ ਇਹ ਇਸ ਕਰਕੇ ਹੋਇਆ ਸਭ ਕੁਝ ਕਿਉਂਕਿ ਅਸੀਂ ਨਾਲ ਆਪਣੇ ਪਰਿਵਾਰ ਔਰ ਸਮਾਜ ਨੂੰ ਸਚਿਆਰ ਨਹੀਂ ਬਣਾਇਆ। ਅਸੀਂ ਹੌਸਲਾ ਨਹੀਂ ਕੀਤਾ ਕਿ ਅਸੀਂ ਕਿਸੇ ਲਾਲਚ ਵਿੱਚ ਨਾ ਆਈਏ, ਅਸੀਂ ਹੌਸਲਾ ਨਹੀਂ ਕੀਤਾ ਕਿ ਅਸੀਂ ਕਿਸੇ ਅਥਾਰਟੀ ਦੇ ਮਗਰ ਨਾ ਲੱਗੀਏ, ਅਸੀਂ ਇਸ ਗੱਲ ਦਾ ਆਧਾਰ ਨਹੀਂ ਬਣਾਇਆ ਕਿ ਅਸੀਂ ਸੱਚ ਨੂੰ ਸੱਚ ਕਹਿ ਸਕੀਏ ਔਰ ਝੂਠ ਨੂੰ ਝੂਠ ਕਹਿ ਸਕੀਏ। ਜਿਸ ਵੇਲੇ ਅਸੀਂ ਸੱਚ ਨੂੰ ਸੱਚ ਨਹੀਂ ਕਹਿੰਦੇ, ਭਾਵੇਂ ਅਸੀਂ ਯੂਨੀਵਰਸਿਟੀ ਐਮਪਲਾਈ ਰਹੇ ਹਾਂ, ਭਾਵੇਂ ਅਸੀਂ ਸਰਕਾਰੀ ਐਮਪਲਾਈ ਰਹੇ ਹਾਂ, ਭਾਵੇਂ ਕਿਸੇ ਹਿਸਾਬ 'ਚ ਵੀ ਕੋਈ ਰਿਹਾ ਹੈ, ਜਿਹਨੇ ਸੱਚ ਨੂੰ ਸੱਚ ਕਿਹਾ ਉਹ ਤੇ ਗੁਰੂ ਨਾਨਕ ਦਾ ਸਿੱਖ ਸਚਿਆਰ ਹੋਏਗਾ। ਜਿਹਨੇ ਸੱਚ ਨੂੰ ਚੁੱਪ ਕਰਕੇ ਵਕਤ ਵੀ ਲੰਘਾ ਲਿਆ, ਅੱਖਾਂ ਵੀ ਮੀਚ ਲੀਆਂ ਨੇ, ਉਹ ਗੁਰੂ ਨਾਨਕ ਦਾ ਸਚਿਆਰ ਨਹੀਂ ਹੋ ਸਕਦਾ। ਸਾਨੂੰ ਇਹਦੇ ਲਈ ਆਪਣੇ ਸਮਾਜ ਨੂੰ ਤਿਆਰ ਕਰਨਾ ਪਏਗਾ, ਸਿੱਖ ਸਮਾਜ ਨੂੰ ਤਿਆਰ ਕਰਨਾ ਪਏਗਾ, ਫਿਰ ਹੀ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਇੱਕ ਆਦਰਸ਼ਕ ਰੂਪ ਦੇ ਸਕਾਂਗੇ। ਜੇਕਰ ਅਸੀਂ ਘਰ ਹੋਰ ਹਾਂ ਅਧਿਆਪਕ ਦੇ ਤੌਰ ਤੇ ਜੇਕਰ ਅਸੀਂ ਸਮਾਜ ਵਿੱਚ ਕੁਝ ਹੋਰ ਹਾਂ, ਅਸੀਂ ਗੁਰਦੁਆਰੇ ਵਿੱਚ ਹੋਰ ਹਾਂ ਤੇ ਗੁਰਦੁਆਰੇ ਤੋਂ ਬਾਹਰ ਹੋਰ ਹਾਂ, ਤੇ ਅਸੀਂ ਆਪਣੇ ਸਮਾਜ ਨੂੰ, ਆਪਣੇ ਵਿਦਿਆਰਥੀਆਂ ਨੂੰ ਨਹੀਂ ਸੁਧਾਰ ਸਕਦੇ, ਨਹੀਂ ਆਦਰਸ਼ਕ ਮੁਲਕ ਬਣਾ ਸਕਦੇ। ਇਸ ਕਰਕੇ ਪਹਿਲਾਂ ਸਾਨੂੰ ਸਚਿਆਰ ਸ਼ਖਸੀਅਤ ਬਣਾਉਣੀ ਪਏਗੀ ਔਰ ਸਚਿਆਰ ਸ਼ਖਸੀਅਤ ਕਿਸੇ ਜਜ਼ਬਾਤੀ ਢੰਗ ਨਾਲ ਨਹੀਂ। ਮੈਂ ਹੁਣ ਇਹ ਗੱਲ ਪਿੱਛੇ ਬੈਠਿਆਂ ਨੂੰ ਸ਼ਾਇਦ ਨਾ ਹੋਏ, ਇੱਥੇ ਸਾਰਿਆਂ ਨੇ ਹੱਥ ਖੜੇ ਕੀਤੇ, ਮੈਂ ਨਹੀਂ ਸੀ ਹੱਥ ਖੜਾ ਕੀਤਾ, ਮੈਂ ਨਹੀਂ ਸੀ ਹੱਥ ਖੜਾ ਕੀਤਾ, ਤੁਸੀਂ ਦੇਖਿਆ ਹੋਏਗਾ। ਉਹ ਇਸ ਕਰਕੇ ਨਹੀਂ ਸੀ ਕੀਤਾ ਕਿ ਮੈਂ ਅਜੇ ਆਪਣੇ ਆਪ ਨੂੰ ਇਹ ਸਮਰੱਥ ਨਹੀਂ ਸਮਝਦਾ ਕਿ ਉਹਨਾਂ ਲਾਲਚਾਂ ਵਿੱਚ, ਉਹਨਾਂ ਕਮਜ਼ੋਰੀਆਂ ਵਿੱਚ ਤੋਂ ਮੈਂ ਉੱਪਰ ਉੱਠ ਸਕਿਆ। ਮੈਂ ਝੂਠ ਨਹੀਂ ਸੀ ਬੋਲਣਾ, ਇਸ ਕਰਕੇ ਮੈਂ ਹੱਥ ਨਹੀਂ ਖੜਾ ਕੀਤਾ। ਲੇਕਿਨ ਜੇਕਰ ਹੱਥ ਖੜਾ ਕੀਤਾ ਹੈ ਤਾਂ ਉੱਤੇ ਪਹਿਰਾ ਦਿਓ, ਜਿਹੜਾ ਪਹਿਰਾ ਦੇਣ 'ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਿਉਂ ਫੇਲ ਹੋਇਆ, ਜਾਂ ਸਾਡੀ ਅੱਜ ਸ਼੍ਰੋਮਣੀ ਕਮੇਟੀ, ਜਿਹੜੀ ਮੈਡਮ ਨੇ ਵੀ ਗੱਲ ਕਹੀ ਕਿ ਅੱਜ ਸ਼੍ਰੋਮਣੀ ਕਮੇਟੀ ਜਿਹੜਾ ਦਾਨ ਦੇ ਪੈਸੇ ਦੇ ਨਾਲ, ਲੋਕਾਂ ਦੇ ਮੱਥਾ ਟੇਕਣ ਦੇ ਪੈਸੇ ਦੇ ਨਾਲ ਜਿਹੜੀਆਂ ਸੰਸਥਾਵਾਂ ਚਲਾਈਆਂ ਜਾ ਰਹੀਆਂ ਨੇ, ਉਹ ਸੰਸਥਾਵਾਂ ਵਿੱਚ ਕੀ ਹੋ ਰਿਹਾ, ਉਹ ਕਿਉਂ ਹੋ ਰਿਹਾ। ਅਸੀਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੀਏ, ਫਿਰ ਸਰਕਾਰੀ ਸਕੂਲਾਂ ਦੀ ਤੇ ਗੈਰ ਸਰਕਾਰੀ ਸਕੂਲਾਂ ਦੀ ਗੱਲ ਕਰੀਏ। ਪਹਿਲਾਂ ਅਸੀਂ ਜਿਹੜੇ ਦਿੱਲੀ ਗੁਰਦੁਆਰਾ, ਸ਼੍ਰੋਮਣੀ ਗੁਰਦੁਆਰਾ ਜਾਂ ਜਿਹੜੇ ਟਰਸਟ ਸਾਡੇ ਨੇ ਉਹਨਾਂ 'ਚ ਕਰੀਏ। ਸਾਡੇ ਕੋਲ ਐਗਜ਼ਾਮਪਲ ਹੈ ਬੜੂ ਸਾਹਿਬ ਦੀ ਕਿ ਉੱਤੇ ਪਹਿਰਾ ਦੇਣ ਦਾ ਪੂਰਾ ਯਤਨ ਕਰ ਰਹੇ ਨੇ, ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਲੇਕਿਨ ਜਿਹੜੀਆਂ ਸੰਸਥਾਵਾਂ ਤੇ ਸਾਨੂੰ ਵੱਡੇ ਦਾਈਏ ਨੇ, ਉਹ ਸਾਡੀਆਂ ਸੰਸਥਾਵਾਂ ਨੂੰ ਤੋੜਨ 'ਚ ਲੱਗੇ ਨੇ, ਸ਼ਾਇਦ ਬਣਾਉਣ 'ਚ ਘੱਟ ਲੱਗੇ ਨੇ। ਸਾਨੂੰ ਜੇਕਰ ਸੱਚ ਨਹੀਂ ਅਸੀਂ ਬੋਲਣਾ ਤੇ ਸ਼ਾਇਦ ਅਸੀਂ ਇਹ ਸਚਿਆਰ ਦੀ ਉਸ ਕਾਲਨਾ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਾਂਗੇ। ਸਾਨੂੰ ਸੱਚੇ ਸੁੱਚੇ ਗੁਰੂ ਨਾਨਕ ਦੇ ਸਿੱਖ ਬਣਨ ਲਈ ਪਾਪ ਕੇ ਜੰਜਲਾ ਕੈਬਲਤ ਆਇਆ ਵੀ ਗੱਲ ਕਰਨੀ ਪਏਗੀ। ਸਾਨੂੰ ਉਸ ਵੇਲੇ ਜਿਹੜੀ ਹੈ ਚੂੰਕਾਰਾ ਜ਼ਮਾ ਹੀਲ ਤੇ ਦਰਗੁਜਸ਼ ਦੀ ਵੀ ਗੱਲ ਕਰਨੀ ਪਏਗੀ। ਜੇ ਉਸ ਵੇਲੇ ਅਸੀਂ ਅੱਖਾਂ ਮੀਟ ਕੇ ਸਿਰਫ ਪਾਠ ਕਰਨ ਵਾਲੇ, ਕੀਰਤਨ ਸੁਣਨ ਵਾਲੇ ਜੇ ਵਿਦਿਆਰਥੀ ਪੈਦਾ ਕਰਾਂਗੇ ਤੇ ਉਹ ਨਹੀਂ ਹੋਣਾ। ਮੈਨੂੰ ਪਤਾ ਜਦੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੈਂਪ ਲੱਗਦੇ ਸਨ, ਉਹ ਇੱਕ ਬੈਲੈਂਸ ਰੱਖ ਕੇ ਸ਼ੁਰੂ ਹੋਏ ਸਨ। ਅਲਟੀਮੇਟਲੀ ਨੌਕਰੀਆਂ ਵਿੱਚ ਦੂਜਿਆਂ 'ਚੋਂ ਨਹੀਂ ਚੱਲਿਆ। ਕਿਉਂ ਨਹੀਂ ਚੱਲਿਆ? ਕਿਉਂ ਅਦਾਰਾ ਇਸ ਗੱਲ ਦੇ ਬਾਵਜੂਦ ਕਿ ਉਹ ਅਦਾਰਾ ਜਿਹੜਾ ਹੈ ਉਹ ਆਤਮ ਪ੍ਰਗਾਸ ਨਾਲ ਜਾਂ ਦੂਜਿਆਂ ਨਾਲੋਂ ਬਹੁਤ ਵੱਡਾ ਅਦਾਰਾ ਬਣ ਗਿਆ, ਲੇਕਿਨ ਉਹ ਅਦਾਰੇ ਦੇ ਵਿੱਚ ਰੂਹ ਖਤਮ ਹੋ ਗਈ ਹੈ। ਉਹ ਰੂਹ ਕਿਉਂ ਖਤਮ ਹੋਈ ਹੈ, ਇਹਦਾ ਵੀ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ। ਸਤਿਗੁਰ ਕਿਰਪਾ ਕਰਨ, ਮੈਂ ਹੀ ਅਰਦਾਸ ਕਰਾਂਗਾ ਸਾਡੀਆਂ ਸਾਰੀਆਂ ਸੰਸਥਾਵਾਂ ਜਿਹੜੇ ਚੰਗੇ ਮਿਸ਼ਨ ਲੈ ਕੇ ਚੱਲੀਆਂ ਨੇ, ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਬਣਦਾ ਕਿ ਜੇ ਡਾਕਟਰ ਐਸ ਪੀ ਸਿੰਘ ਇਸ ਦਰਦ ਨੂੰ ਆਪਣੇ ਅੰਦਰ ਸਮੋਈ ਬੈਠੇ ਨੇ, ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ ਪਿਤਾ ਜੀ ਕਿ ਸਾਰੀਆਂ ਹੀ ਸੰਸਥਾਵਾਂ ਨੂੰ ਸ਼ਾਹ ਬਖਸ਼ਣ ਤੇ ਅਸੀਂ ਵੱਡਾ ਕੰਮ, ਵੱਡੇ ਕਾਰਜ ਰਲ ਮਿਲ ਕੇ ਕਰ ਸਕੀਏ। ਜਿਹੜੀ ਡਾਕਟਰ ਤੇਂਦਰ ਕੌਰ ਹੋਰਾਂ ਨੇ ਗੱਲ ਕੀਤੀ ਸੀ ਕਿਤਾਬਾਂ ਦੀ, ਜਿਹੜਾ ਕੁਐਸਚਨ ਡਾਕਟਰ ਸਾਹਿਬ ਨੇ ਮੈਨੂੰ ਪਾਸ ਕੀਤਾ ਤੇ ਮੈਂ ਮਹਿਸੂਸ ਕਰਦਾ ਸਾਨੂੰ ਬੋਲੀਆਂ ਦੀ ਜਿਹੜੀ ਹੈ ਬੰਦਿਸ਼ ਹੈ ਜਾਂ ਚਾਰ ਦੀਵਾਰੀ ਹੈ, ਇਹ ਤੋਂ ਬਾਹਰ ਨਿਕਲ ਕੇ ਹੀ ਗੱਲ, ਮੈਂ ਗਲਤ ਵੀ ਹੋ ਸਕਦਾ, ਆਈ ਮੇ ਬੀ ਰੋਂਗ, ਪੰਜਾਬੀ ਸਾਡੀ ਮਾਂ ਬੋਲੀ ਹੈ। ਡਾਕਟਰ ਐਸ ਪੀ ਸਿੰਘ ਨੇ ਇਸ ਵਿਸ਼ੇ ਤੇ ਬਹੁਤ ਕੰਮ ਕੀਤਾ, ਅਸੀਂ ਵੀ ਇਹਦੇ ਉੱਤੇ ਕੰਮ ਕਰ ਰਹੇ ਹਾਂ। ਔਰ ਮਾਂ ਦਾ ਸਥਾਨ ਆਪਣਾ ਹੁੰਦਾ। ਮਾਂ, ਕਦੀ ਮਾਸੀ ਨੂੰ ਅਸੀਂ ਮਾਂ ਨਹੀਂ ਕਹਿੰਦੇ, ਪਰ ਅਸੀਂ ਕਦੀ ਮਾਸੀ ਨੂੰ ਮਾੜੀ ਵੀ ਨਹੀਂ ਕਹਿੰਦੇ। ਸੋ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹੀ ਪਿਰਤ ਸਿਖਾਈ ਹੈ। ਸਾਡੇ ਵਾਸਤੇ ਸਾਰੀਆਂ ਲੈਂਗੁਏਜ ਬਰਾਬਰ ਨੇ, ਪਰ ਪੰਜਾਬੀ ਕਿਉਂਕਿ ਸਾਡੀ ਮਾਂ ਹੈ, ਜਿਹੜੀ ਮਾਂ ਨੂੰ ਜੱਫੀ ਪਾਈਦੀ ਹੈ ਉਹ ਮਾਸੀ ਨੂੰ ਨਹੀਂ ਪਾਈਦੀ, ਤੇ ਸਾਡੀ ਇਸ ਕਰਕੇ ਇੱਕ ਪੰਜਾਬੀ ਦੇ ਨਾਲ ਸਾਡਾ ਇੱਕ ਕਹਿ ਲਓ ਮਾਂ ਪੁੱਤ ਦਾ ਰਿਸ਼ਤਾ, ਅਸੀਂ ਉਹਦੀ ਸੰਭਾਲ ਕਰਨੀ ਬੜਾ ਜ਼ਰੂਰੀ ਹੈ। ਪਰ ਜੋ ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ, ਜਦੋਂ ਅਸੀਂ ਸਾਇੰਸ ਦੀ ਗੱਲ ਕਰਾਂਗੇ, ਬੀਇੰਗ ਏ ਰਿਸਰਚਰ, ਮੈਂ ਦੇਖਾਂ ਜੇ ਮੇਰੀਆਂ ਸੋਲ ਸਾਇੰਸ ਦੀਆਂ ਕਿਤਾਬਾਂ ਮੈਨੂੰ ਕੋਈ ਪੰਜਾਬੀ 'ਚ ਲਿਖਣ ਨੂੰ ਕਹੇ ਤਾਂ ਮੈਨੂੰ ਲੱਗਦਾ ਮੇਰੇ ਵਾਸਤੇ ਇਹ ਮੁਸ਼ਕਿਲ ਹੋਵੇਗਾ, ਮੇਰੇ ਵਿਦਿਆਰਥੀਆਂ ਵਾਸਤੇ ਵੀ ਮੁਸ਼ਕਿਲ ਹੋਵੇਗਾ।
ਮੈਨੂੰ ਲੱਗਦਾ ਵੀ ਸਾਇੰਸ ਦੇ ਖੇਤਰ ਵੀ ਸਾਨੂੰ ਕਿਸੇ ਨਵੀਂ ਜਦੋਜਹਿਦ ਵਿੱਚ ਕੁੱਦਣ ਦੀ ਲੋੜ ਨਹੀਂ ਹੈ ਕਿ ਅਸੀਂ ਉਹਨੂੰ ਪੰਜਾਬੀ ਦੇ ਵਿੱਚ ਸਾਇੰਸ ਦੀਆਂ ਕਿਤਾਬਾਂ ਲਿਖਣੀਆਂ ਸ਼ੁਰੂ ਕਰੀਏ। ਆਈ ਮੇ ਬੀ ਰੋਂਗ, ਬਟ ਮੇਰੀ ਪਰਸਨਲ ਫੀਲਿੰਗ ਇਹ ਹੈਗੀ ਹੈ ਵੀ ਸਾਇੰਸ ਦੀਆਂ ਬੁੱਕਸ ਜੇ ਉਹ ਇੰਗਲਿਸ਼ ਦੇ ਵਿੱਚ ਜਿਸ ਵਿਸ਼ੇ ਚੱਲ ਰਹੀਆਂ ਨੇ, ਮੇਰਾ ਖਿਆਲ ਸਾਨੂੰ ਇਹ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕੋ ਹੀ ਸ਼ਬਦ ਸਾਨੂੰ ਪੰਜਾਬੀ 'ਚ ਮਿਲਦਾ ਹੈ, ਤੇ ਇਹਦਾ ਮਤਲਬ ਇਹ ਤਾਂ ਨਹੀਂ ਉਹ ਪੰਜਾਬੀ ਨੂੰ ਪਿਆਰ ਨਹੀਂ ਸਨ ਕਰਦੇ, ਪਰ ਇਹ ਉਦਾਹਰਨ ਦੇ ਕੇ ਨਹੀਂ ਵਰਿੰਦਰ ਜੀ, ਅਗਰ ਆਤਮ ਪ੍ਰਕਾਸ਼ ਸੰਸਥਾ ਦਾ ਬਾਨੀ ਜਾਂ ਉਹਨੂੰ ਸੰਚਾਲਕ ਇਹ ਗੱਲ ਕਵੇ ਤਾਂ ਮੈਂ ਇਸ ਗੱਲ ਨਾਲ ਤਾਂ ਬਿਲਕੁਲ ਐਗਰੀ ਨਹੀਂ ਕਰਦੀ, ਕਿਉਂਕਿ ਜਾਪਾਨ, ਚਾਈਨੀਜ਼ ਸਾਰੇ ਜੋ ਆਪਣੀ, ਹਾਂ ਉਹ ਗੱਲ ਠੀਕ ਹੈ, ਅਸੀਂ ਖੁੰਝ ਗਏ ਹਾਂ, ਅਸੀਂ ਡੇਵੀਏਟ ਹੋ ਗਏ ਹਾਂ ਆਪਣੇ ਉਸ ਮੁੱਦੇ ਤੋਂ, ਉਹਦੇ ਤੋਂ ਭਟਕ ਗਏ ਹਾਂ, ਤੇ ਹੁਣ ਅਸੀਂ ਇਹ ਕਹੀਏ ਕਿ ਅਸੀਂ ਉੱਥੋਂ ਦੁਬਾਰਾ ਸ਼ੁਰੂਆਤ ਨਹੀਂ ਕਰ ਸਕਦੇ। ਤੁਸੀਂ ਨਹੀਂ ਇਹ ਗੱਲ ਕਹਿਣੀ ਜੀ, ਬਿਲਕੁਲ ਵੀ। ਬਿਲਕੁਲ ਠੀਕ ਹੈ ਕਾਰਨ ਜੀ। ਇਹ ਆ ਕਿ ਮਾਤ ਭਾਸ਼ਾ ਜੇ ਬੱਚੇ ਨੂੰ ਬਚਪਨ 'ਚ ਗੰਡਾ, ਅਨੀਅਨ, ਬ੍ਰਿਕ, ਇੱਟ ਦਾ ਫਰਕ ਨਾ ਪਤਾ ਚੱਲਿਆ ਤਾਂ ਉਹ ਕਿਹੜੇ ਲੈਵਲ ਤੇ ਜਾ ਕੇ ਫਿਰ ਸਾਇੰਸ ਨੂੰ ਉਸ ਤਰ੍ਹਾਂ ਕੈਰੀ ਔਨ ਕਰ ਪਾਏਗਾ। ਜ਼ਰੂਰ ਬਹੁਤ ਜ਼ਰੂਰੀ ਹੈ ਮਾਤ ਜਿਹੜੀ ਭਾਸ਼ਾ ਮੈਡਮ ਨੇ ਦੀ ਗੱਲ ਕਹੀ ਹੈ ਉਹ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਠੀਕ ਹੈ। ਸਿਰਫ ਜਿਹੜੀ ਗੱਲ ਇਹਨਾਂ ਨੇ ਨਾਲ ਕਹੀ ਕਿ ਅਸੀਂ ਖੁੰਝ ਗਏ ਹਾਂ, ਖੁੰਝ ਗਏ ਦਾ ਇਹ ਹੈ ਕਿ ਜਿਸ ਵੇਲੇ ਮਾਤ ਭਾਸ਼ਾਵਾਂ ਵਿੱਚ ਵਿਗਿਆਨ ਦੀ ਪੜ੍ਹਾਈ ਔਰ ਸਮਾਜ ਵਿਗਿਆਨ ਦੀ ਪੜ੍ਹਾਈ ਦਾ ਟੀਚਾ ਮਿਥਿਆ ਗਿਆ ਸੀ, ਉਸ ਵੇਲੇ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਗ੍ਰਾਂਟਾਂ ਦਿੱਤੀਆਂ ਗਈਆਂ ਸਨ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬਕਾਇਦਾ ਜਿਹੜਾ ਹੈ ਉਹਦਾ ਇੱਕ ਸੈੱਲ ਬਣਾਇਆ ਗਿਆ ਸੀ। ਬਾਅਦ ਵਿੱਚ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੋਰਡ ਦੀ ਵੀ ਸਥਾਪਨਾ ਹੋਈ ਸੀ। ਉਹਨਾਂ ਦੀ ਮੁੱਢਲੀ ਜ਼ਿੰਮੇਵਾਰੀ ਸੀ ਕਿ ਰੈਫਰੈਂਸ ਮਟੀਰੀਅਲ, ਸ਼ਬਦਾਵਲੀ ਔਰ ਸਾਰਾ ਕੁਝ ਜਿਹੜਾ ਹੈ ਉਹ ਪੰਜਾਬੀ ਵਿੱਚ ਬਣਾਇਆ ਜਾਏ। ਅਸੀਂ ਸਾਰੇ ਉਸ ਕਾਲ ਵਿੱਚ ਵੱਖ-ਵੱਖ ਕਾਰਨਾਂ ਕਰਕੇ ਅਸੀਂ ਫੇਲ ਹੋਏ ਹਾਂ, ਜਾਂ ਇਹ ਕਹਿ ਲਓ ਕਿ ਅਸੀਂ ਉਸ ਜ਼ਿੰਮੇਵਾਰੀ ਤੋਂ ਭੱਜੇ ਹਾਂ ਔਰ ਉਸ ਜ਼ਿੰਮੇਵਾਰੀ ਤੋਂ ਭੱਜ ਕੇ ਅਸੀਂ ਜਿਹੜਾ ਹੈ ਉਹ ਆਪਣੀ ਭਾਸ਼ਾ ਨੂੰ ਉન્નਤ ਨਹੀਂ ਕਰ ਸਕੇ। ਜਿਹੜੀ ਗੱਲ ਕਹੀ ਜਾਪਾਨ ਵਿੱਚ, ਚੀਨ ਵਿੱਚ, ਰੂਸ ਵਿੱਚ, ਜਿਨ੍ਹਾਂ ਨੇ ਟੈਕਨੋਲੋਜੀ ਦੇ ਵਿੱਚ ਰੂਸ ਨੇ ਅਮਰੀਕਾ ਦੇ ਮੁਕਾਬਲੇ ਦੇ ਵਿੱਚ ਜਿਹੜਾ ਸੀ ਉਹ ਵਿਕਾਸ ਕੀਤਾ, ਪਰ ਸਾਰੀ ਪੜ੍ਹਾਈ ਉੱਥੇ ਅਜੇ ਵੀ ਰਸ਼ੀਅਨ ਲੈਂਗੁਏਜ ਦੇ ਵਿੱਚ ਹੁੰਦੀ ਹੈ। ਇਹ ਗੱਲ ਨਹੀਂ ਹੈ, ਇਹ ਗੱਲ ਅਸੀਂ ਮੰਨ ਕੇ ਚੱਲੋ ਕਿ ਅਸੀਂ ਖੁੰਝ ਗਏ ਹਾਂ। ਉਸ ਖੁੰਝ ਗਏ ਨੂੰ ਅਸੀਂ ਆਪਣੀ ਗਲਤੀ ਨੂੰ ਗਲਤੁਲਾਮ ਮੰਨ ਕੇ, ਗਲਤੀ ਮੰਨ ਕੇ ਛੱਡ ਦਈਏ, ਇਹ ਵੀ ਆਪਣੇ ਆਪ ਹੀ ਠੀਕ ਨਹੀਂ। ਇਸ ਚੁਣੌਤੀ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ, ਲੇਕਿਨ ਇਮੀਡੀਏਟਲੀ ਕੁਝ ਨਹੀਂ ਹੋ ਸਕਦਾ, ਕਿਉਂਕਿ ਅਸੀਂ ਖੁੰਝ ਚੁੱਕੇ ਹਾਂ। ਅਸੀਂ ਟੈਕਸਟ ਬੁੱਕ ਬੋਰਡ ਬੰਦ ਕਰ ਚੁੱਕੇ ਹਾਂ, ਅਸੀਂ ਪੰਜਾਬੀ ਯੂਨੀਵਰਸਿਟੀ ਦਾ ਟਰਾਂਸਲੇਸ਼ਨ ਸੈੱਲ ਬੰਦ ਕਰ ਚੁੱਕੇ ਹਾਂ, ਅਸੀਂ ਇਹਦੇ ਤੇ ਕੋਈ ਕੰਮ ਪਿਛਲੇ 20 ਸਾਲਾਂ 'ਚ ਨਹੀਂ ਕੀਤਾ ਕਿ ਕੇਵਲ ਤੇ ਕੇਵਲ ਜਿਹੜੇ ਨੇ ਉਹਦੇ 'ਚ ਇੱਕ ਡਾਇਰੈਕਟਰ ਦੀ ਤੇ ਇੱਕ ਡਰਾਈਵਰ ਦੀ ਤਨਖਾਹ ਹੀ ਉਹਦੇ 'ਚੋਂ ਲੈਂਦੇ ਹਾਂ, ਹੋਰ ਕੁਝ ਨਹੀਂ ਕਰਦੇ। ਨਾ ਉਹ ਕਿਤਾਬਾਂ ਅਸੀਂ ਛਾਪਨੇ ਆ, ਨਾ ਉਹ ਕਿਤਾਬਾਂ ਦੀ ਜਿਹੜੀ ਹੈ ਇੱਕ ਡਿਕਸ਼ਨਰੀ ਜਿਹੜੀ ਆ ਉਹਨਾਂ ਨੇ ਛਾਪੀ ਸੀ। ਉਹ ਡਿਕਸ਼ਨਰੀ ਜਿਹੜੀ ਆ ਉਹਦੀ ਰੀਪ੍ਰਿੰਟ ਵੀ ਹੋਣ 'ਚ ਸਰਕਾਰ ਨੇ ਵੀ ਤੇ ਯੂਨੀਵਰਸਿਟੀ ਨੇ ਵੀ ਦੂਜਿਆਂ ਨੇ ਹੱਥ ਖਿੱਚ ਲਿਆ ਔਰ ਉਹ ਪ੍ਰਾਈਵੇਟ ਪਬਲਿਸ਼ਰਾਂ ਕੋਲ ਜਾਏਗੀ, ਜੋ ਹੋਏਗਾ ਉਹਦਾ ਵੱਖਰੀ ਗੱਲ ਹੋਏਗੀ। ਸੋ ਇਹ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ, ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ, ਮੈਂ ਆਪ ਯੂਨੀਵਰਸਿਟੀ ਸਿਸਟਮ ਦਾ ਹਿੱਸਾ, ਲੇਕਿਨ ਜ਼ਿੰਮੇਵਾਰੀਆਂ ਤੋਂ ਸਾਡੇ ਭੱਜਣ ਦੇ ਕਈ ਕਾਰਨ ਹੋ ਸਕਦੇ ਨੇ, ਲੇਕਿਨ ਉਹਨਾਂ ਕਾਰਨਾਂ ਨੂੰ ਅਸੀਂ ਹਾਰ ਮੰਨੀਏ, ਹਾਰ ਮੰਨ ਕੇ ਦਿਲ ਨਾ ਸੁੱਟੀਏ, ਬਲਕਿ ਮੁਕਾਬਲੇ ਲਈ ਤਿਆਰ ਹੋਈਏ। ਜਿਸ ਵੇਲੇ ਪੰਜਾਬੀ ਜਿਹੜੀ ਹੈ ਇਸ ਗੱਲ ਦੇ ਸਮਰੱਥ ਹੋ ਜਾਏਗੀ ਯਤਨਾਂ ਦੇ ਨਾਲ ਕਿ ਉਹ ਆਪਣੀ ਭਾਸ਼ਾ ਨੂੰ ਉਸ ਪੱਧਰ 'ਤੇ ਲੈ ਜਾਏਗੀ ਕਿ ਉਹ ਸਾਇੰਸ ਔਰ ਸਮਾਜ ਵਿਗਿਆਨ ਨੂੰ ਪੜ੍ਹਾ ਸਕੇ, ਤੇ ਫਿਰ ਕੋਈ ਕਾਰਨ ਨਹੀਂ ਕਿ ਪਿੱਛੇ ਰਹਿ ਜਾਈਏ। ਲੇਕਿਨ ਜੇਕਰ ਅਸੀਂ ਇਹਨੂੰ ਡਿਫੀਟਿਸਟ ਪਾਲਿਸੀ ਦੇ ਤੌਰ 'ਤੇ ਮੰਨ ਲਿਆ ਤੇ ਆਪਣੇ ਆਪ ਵਿੱਚ ਇੱਕ ਸੁਸਾਈਡਲ ਜਿਹੜੀ ਆ ਗੱਲ ਹੋਏਗੀ। ਦੈਟਸ ਵੈਰੀ ਗੁੱਡ ਜੀ। ਤਾਂ ਮੈਨੂੰ ਗੱਲ ਕਰ ਲਵਾਂ ਜੀ ਡਾਕਟਰ ਸਾਹਿਬ, ਮੇਰੇ ਵਿੱਚੇ ਰਹਿ ਗਿਆ ਜੀ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਨੂੰ ਅਸੀਂ ਬੜੀ ਉਸਾਰੂ ਜਿਹੜੀ ਡਾਕਟਰ ਤੇਂਦਰ ਕੌਰ ਹੋਰਾਂ ਨੇ ਗੱਲ ਨੂੰ ਦਿਸ਼ਾ ਦਿੱਤੀ ਹੈ। ਮੈਂ ਸਦਾ ਹੀ ਆਪਣੇ ਆਪ ਨੂੰ ਗਲਤ ਮੰਨ ਕੇ ਚੱਲਦਾ। ਮੈਂ ਕਦੀ ਕਲੇਮ ਨਹੀਂ ਕਰਦਾ ਕਿ ਆਈ ਐਮ ਨਾਟ ਅ ਅਥਾਰਟੀ ਔਨ ਸਬਜੈਕਟ ਔਰ ਰਿਲੀਜਨ ਔਰ ਕਿਸੇ ਵੀ ਵਿਸ਼ੇ ਉੱਤੇ। ਔਰ ਸਾਡੀ ਜਿਹੜੀ ਅਕੈਡਮਿਕ ਕਾਉਂਸਲ ਹੈ ਉਹਦੇ 'ਚ ਡਾਕਟਰ ਐਸ.ਪੀ. ਸਿੰਘ ਹੋਰੀ, ਡਾਕਟਰ ਤੇਂਦਰ ਕੌਰ, ਅਸੀਂ ਇਹਨਾਂ ਦੀਆਂ ਸੇਵਾਵਾਂ ਇੱਥੇ ਹੀ ਲੈਂਦੇ ਹਾਂ ਕਿ ਅਸੀਂ ਕਿਤੇ ਵੀ ਗਲਤ ਰਾਹ 'ਤੇ ਚੜ੍ਹ ਸਕਦੇ ਹਾਂ। ਮੈਨੂੰ ਕਰੈਕਟ ਕਰਨ ਲਈ ਮੈਂ ਡਾਕਟਰ ਸਾਹਿਬ ਦਾ ਰਿਣੀ ਹਾਂ। ਔਰ ਅਸੀਂ ਇਹਨੂੰ ਅੱਜ ਜੇ ਤੁਸੀਂ ਕਹਿੰਦੇ ਹੋ ਕਿ ਚੁਣੌਤੀ ਲੈਣੀ ਚਾਹੀਦੀ ਹੈ, ਤੇ ਤੁਹਾਡੇ ਸਹਿਯੋਗ ਨਾਲ ਮੈਂ ਜੇ ਚੁਣੌਤੀ ਕਬੂਲ ਕਰਦਾ ਕਿ ਆਤਮ ਪ੍ਰਕਾਸ਼ ਫਿਰ ਪੰਜਾਬੀ ਦੇ ਵਿੱਚ ਹੀ ਸਾਇੰਸ ਦੀਆਂ ਕਿਤਾਬਾਂ ਤਿਆਰ ਕਰੇਗਾ। ਅਸੀਂ ਕਿਤੇ ਵੀ ਗਲਤ ਹੋ ਸਕਦੇ ਹਾਂ। ਅਸੀਂ ਨੰਗੀ ਕਚਹਿਰੀ ਵਿੱਚ ਖੜੇ ਹਾਂ, ਤੁਸੀਂ ਸਾਰੇ ਸਾਡੇ ਰਾਹ ਦਰਸ਼ਕੋ, ਜੇ ਤੁਸੀਂ ਨਾਲ ਖੜੇ ਹੋ। ਸਾਡੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਇਹ ਗੱਲ ਕਹਿ ਰਹੇ ਨੇ, ਔਰ ਡਾਕਟਰ ਐਸ.ਪੀ. ਸਿੰਘ ਵਰਗੇ ਨਾਮਵਰ ਅਕੈਡਮਿਸ਼ੀਅਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਵਾਕਈ ਖੁੰਝ ਗਏ ਹਾਂ। ਸੱਚ ਜਾਣਿਓ, ਮੈਨੂੰ ਬਿਲਕੁਲ ਅਹਿਸਾਸ ਨਹੀਂ ਕਿ ਅਸੀਂ ਖੁੰਝ ਗਏ ਹਾਂ, ਬਟ ਮੈਂ ਅੱਜ ਇੱਥੋਂ ਬੜੀ ਵੱਡੀ ਗੱਲ ਸਿੱਖੀ ਹੈ ਡਾਕਟਰ ਤੇਂਦਰ ਕੌਰਾਂ ਦੇ ਸ਼ਬਦ ਕਿ ਅਸੀਂ ਖੁੰਝ ਗਏ ਹਾਂ। ਪਰ ਡਾਕਟਰ ਸਾਹਿਬ ਅਸੀਂ ਵਿਸ਼ਵਾਸ ਦਿੰਦੇ ਹਾਂ ਤੁਹਾਨੂੰ ਖੁੰਝਣ ਨਹੀਂ ਦਿੰਦੇ। ਆਉਣ ਵਾਲੇ 20 ਸਾਲਾਂ ਵਿੱਚ ਅਸੀਂ ਇਹਦੇ ਉੱਤੇ ਕੋਈ ਇਨਕਲਾਬੀ ਕੰਮ ਜ਼ਰੂਰ ਕਰਾਂਗੇ। ਮੈਂ ਥੋੜ੍ਹਾ ਸਮਾਂ ਨਹੀਂ ਲਿਆ, 20
20 ਸਾਲ ਦਾ ਵਕਤ ਮੈਂ ਇਸ ਕਰਕੇ ਲੈ ਲਿਆ। ਕੋਈ ਫਿਰ ਇਦਾਂ ਦਾ ਅਸੀਂ ਚੀਜ਼ ਨੂੰ ਪੇਸ਼ਕਾਰੀ ਦੇਵਾਂਗੇ ਕਿ ਸੱਚਮੁੱਚ ਦੁਨੀਆ ਦੇ ਇਤਿਹਾਸ 'ਚ ਲੋਕੀ ਦੇਖਣਗੇ ਕਿ ਸਾਇੰਸ ਦੀ ਕਿਤਾਬ ਕਿਸੇ ਹੋਰ ਭਾਸ਼ਾ ਵਿੱਚ ਉਸ ਪੱਧਰ 'ਤੇ ਲਿਖੀ ਜਾ ਸਕਦੀ ਹੈ, ਔਰ ਇਸ ਦੀ ਤਿਆਰੀ ਅਸੀਂ ਅੱਜ ਦਾ ਸੂਰਜ ਛਿਪਣ ਤੋਂ ਪਹਿਲਾਂ ਹੀ ਸ਼ੁਰੂ ਕਰਾਂਗੇ। ਬਹੁਤ ਵਧੀਆ ਡਾਕਟਰ ਵਰਿੰਦਰਪਾਲ ਸਿੰਘ। ਅੱਛਾ, ਅਸੀਂ ਜੀ ਤੁਸੀਂ ਆਲਰੇਡੀ ਕਰ ਚੁੱਕੇ ਹੋ। ਜਦ ਤੁਸੀਂ ਇਹ ਕਿਤਾਬ 3 ਭਾਸ਼ਾ 'ਚ ਬਚਪਨ ਤੋਂ ਸ਼ੁਰੂ ਕਰ ਲਈ ਆ ਤੇ ਅੱਗੇ ਤੇ ਕੰਮ ਹੋਰ ਸੌਖਾ ਹੋ ਜਾਣਾ। ਤਿੰਨੋਂ ਲੈਂਗੁਏਜਸ ਦੇ ਵਿੱਚ ਜਦ ਬਣਨੀ ਆ, ਬੱਚੇ ਦਾ ਕੰਪਰੀਹੈਂਸ਼ਨ ਔਰ ਅੰਡਰਸਟੈਂਡਿੰਗ ਲੈਵਲ ਹੈ ਜਿਹੜਾ ਉਹ ਵਧਣਾ ਹੀ ਵਧਣਾ। ਦੈਟਸ ਗ੍ਰੇਟ ਜੀ। ਇਸ ਵਿਸ਼ੇ 'ਚ ਥੋੜ੍ਹਾ ਜਿਹਾ ਹੋਰ ਇੱਕ ਭੂਮਿਕਾ, ਅਧਿਆਪਕ ਦੀ ਭੂਮਿਕਾ ਬੜੀ ਅਹਿਮ ਭੂਮਿਕਾ। ਅਸੀਂ ਕਿਤਾਬਾਂ ਦੀ ਗੱਲ ਕੀਤੀ ਹੈ, ਸੰਸਥਾਵਾਂ ਦੀ ਗੱਲ ਕੀਤੀ ਹੈ। ਜੀ ਮੈਂ ਸਿਰਫ ਵਿਸ਼ੇ ਐਡ ਕੀਤਾ, ਬਾਕੀ ਸਾਰਿਆਂ ਨੇ ਬੋਲਣਾ ਜੀ। ਫਿਰ ਵੀ ਡਾਕਟਰ ਨਛੱਤਰ ਜੀ ਨੇ ਇਸ਼ਾਰਾ ਕੀਤਾ ਹੈ। ਸਾ ਗੁਰਦਿਆਲ ਸਿੰਘ ਜੀ ਨੂੰ ਬੇਨਤੀ ਹੈ ਕਿ ਇਹ ਜੋ ਵਿਸ਼ਾ ਹੈਗਾ, ਕਿਉਂਕਿ ਜੇ ਲੈਂਗੁਏਜ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਭਾਸ਼ਾਵਾਂ ਦਾ ਬੜਾ ਵੱਡਾ ਇੱਕ ਇਸ਼ੂ ਖੜਾ ਹੁੰਦਾ ਹੈ। ਇਸ ਨੂੰ ਲੈ ਕੇ ਤੇ ਸਕੂਲਾਂ ਦੇ ਮਿਆਰ ਨੂੰ ਲੈ ਕੇ ਇਹਦੇ ਆਪ ਜੀ ਦਾ ਔਰ ਫਰਾਂਸ ਦਾ ਥੋੜਾ ਕੋਈ ਫਰਾਂਸ ਦਾ ਵੀ ਇਸ਼ੂ, ਥੋੜਾ ਸੀਨੇਰੀਓ ਵੀ ਸਾਰਿਆਂ ਨਾਲ ਥੋੜੀ ਸਾਂਝ ਪੈ। ਜਿਹੜੇ ਮੇਰੇ ਵੀਰ ਤੇ ਭੈਣਾਂ ਅੱਜ ਇੱਥੇ ਬੈਠੇ ਹਨ, ਮੈਂ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੁਲਾਉਂਦਾ ਹਾਂ। ਜੋ ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਜਿਹੜੇ ਮੇਰੇ ਵੀਰ ਤੇ ਭੈਣਾਂ ਤੇ ਪਤਵੰਤੇ ਸੱਜਣ ਇੱਥੇ ਬੈਠੇ ਹਨ, ਉਹ ਬਹੁਤ ਹੀ ਕੀਮਤੀ ਰੂਹਾਂ ਹਨ, ਜਿਨ੍ਹਾਂ ਨੇ ਆਪਣੀ ਕੌਮ ਦੇ ਭਵਿੱਖ ਬਾਰੇ, ਪੰਜਾਬ ਦੇ ਭਵਿੱਖ ਬਾਰੇ, ਆਪਣੇ ਮੁਲਕ ਦੇ ਭਵਿੱਖ ਬਾਰੇ ਸੋਚਣ ਲਈ ਤੁਸੀਂ ਇੱਥੇ ਇਕੱਤਰ ਹੋਏ ਹੋ। ਸਚਿਆਰ ਮਨੁੱਖ ਦੀ ਗੱਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ 10 ਜਾਮਿਆਂ ਦੇ ਵਿੱਚ ਗੁਰੂ ਸਾਹਿਬਾਂ ਨੇ ਪੂਰੀ ਕੀਤੀ ਆ। ਉਹ ਜੇ ਸਚਿਆਰ ਮਨੁੱਖ ਨੂੰ ਦੂਸਰਾ ਨਾਂ ਦਿੱਤਾ ਜਾਵੇ ਤਾਂ ਹੈ ਖਾਲਸਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਤੇ ਖਾਲਸਾ ਇਕੱਲਾ ਹੀ ਇੱਕ ਚਲਦੀ ਫਿਰਦੀ ਯੂਨੀਵਰਸਿਟੀ ਹੁੰਦਾ, ਕਿਸੇ ਨੂੰ ਸ਼ੱਕ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ। ਮੈਂ ਆਪ ਜੀ ਨੂੰ ਮਿਸਾਲ ਦੇਵਾਂਗਾ, ਮੈਂ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਗਾ, ਮੈਂ 36 ਸਾਲ ਤੋਂ ਪੈਰਿਸ ਵਿੱਚ ਰਹਿਣਾ। ਤੇ ਜਦੋਂ ਮੈਨੂੰ ਕੋਈ ਲੋਕ ਦੇਖਦੇ ਆ ਜਾਂ ਗੱਲ ਕਰਦੇ ਆ ਤਾਂ ਇੱਦਾਂ ਲੱਗਦਾ ਮੈਂ ਕਿਸੇ ਟਰੱਕ ਦਾ ਡਰਾਈਵਰ ਹੁੰਨਾ ਜਾਂ ਕਿਸੇ ਗੁਰਦੁਆਰੇ ਦਾ ਗ੍ਰੰਥੀ। ਪਰ ਵਾਹਿਗੁਰੂ ਨੇ ਇੰਨੀਆਂ ਸੇਵਾਵਾਂ ਮੇਰੇ ਕੋਲੋਂ ਲਈਆਂ ਹਨ ਜਿਹੜੀਆਂ ਤੁਸੀਂ ਸੋਚ ਨਹੀਂ ਸਕਦੇ, ਸਾਡੀ ਤੁਹਾਡੀ ਸੋਚਣੀ ਤੋਂ ਬਾਹਰ ਦੀਆਂ ਹਨ। ਜਦੋਂ ਤੁਸੀਂ ਗੁਰੂ ਦੇ ਹੋ ਜਾਂਦੇ ਆ ਤੇ ਗੁਰੂ ਤੁਹਾਡਾ ਹੋ ਜਾਂਦਾ। ਗੱਲ ਸਿਰਫ ਇੰਨੀ ਆ। ਪਰ ਅਫਸੋਸ ਦੀ ਗੱਲ ਹੈ, ਭਾਈ ਸਾਹਿਬ ਨੇ ਵੀ ਗੱਲਾਂ ਕੀਤੀਆਂ, ਸਾਡੀ ਫਲਾਨੀ ਸੰਸਥਾ, ਸਾਡੀ ਫਲਾਨੀ ਸੰਸਥਾ। ਦੁੱਖ ਦੀ ਗੱਲ ਸਿਰਫ ਇੰਨੀ ਆ ਕਿ ਉਹਨਾਂ ਨੇ ਆਪਣੀ ਬਾਂਹ ਗੁਰੂ ਨੂੰ ਫੜਾਈ ਨਹੀਂ, ਠੱਗੀ ਕੀਤੀ ਗੁਰੂ ਦੇ ਨਾਲ। ਜੇ ਕਿਤੇ ਇਹਨਾਂ ਸੰਸਥਾਵਾਂ ਨੇ ਆਪਣੀ ਬਾਂਹ ਗੁਰੂ ਨੂੰ ਫੜਾਈ ਹੁੰਦੀ ਤੇ ਅੱਜ ਸਾਰੀ ਮਨੁੱਖਤਾ ਜਿਹੜੀ ਆ ਉਹ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੀ ਹੁੰਦੀ, ਸਾਰੀ ਮਨੁੱਖਤਾ ਦੁਨੀਆ ਦੇ ਵਿੱਚ। ਸਮਾਂ ਮਿਲਿਆ 2004 ਦੇ ਵਿੱਚ ਕਾਨੂੰਨ ਬਣਿਆ ਇੱਕ, ਜਿਹੜੇ ਪੱਗ ਦੇ ਮਸਲੇ ਦੇ ਵਿੱਚ ਸਾਨੂੰ ਪੱਗ ਬੰਨ੍ਹਣ ਦੀ ਉੱਥੇ ਇਜਾਜ਼ਤ ਨਹੀਂ, ਨੰਗੇ ਸਿਰ ਵਾਲੀ ਫੋਟੋ ਲਾਦੀ, ਸਾਡੇ ਬੱਚੇ ਸਕੂਲ 'ਚ ਨਹੀਂ ਜਾ ਸਕਦੇ। ਵਾਹਿਗੁਰੂ ਨੇ ਸ਼ਕਤੀ ਬਖਸ਼ੀ, ਉਹਦੇ ਵਿੱਚ ਇੱਕ ਮੇਰਾ ਛੋਟਾ ਬੱਚਾ ਸੀ, 3 ਬੱਚੇ ਸੀ ਜਿਹੜੇ ਸਕੂਲ 'ਚ ਬਾਹਰ ਕੱਢੇ ਗਏ, ਇੱਕ ਮੇਰਾ ਭਾਂਜਾ ਸੀ, ਇੱਕ ਮੇਰਾ ਆਪਣਾ ਲੜਕਾ ਸੀ। ਉੱਥੇ ਸਵਾਲ ਸਿਰਫ ਇੰਨਾ ਹੀ ਸੀਗਾ ਵੀ ਤੁਸੀਂ ਹਾਰ ਮੰਨਣੀ ਆ ਜਾਂ ਲੜਾਈ ਕਰਨੀ ਆ, ਦੂਸਰੀ ਕੋਈ ਗੱਲ ਨਹੀਂ ਸੀ। ਸਾਡੇ ਸਾਹਮਣੇ ਕਰੋੜਾਂ ਦੀ ਗਿਣਤੀ ਵਿੱਚ ਯਹੂਦੀ ਉੱਥੇ ਰਹਿੰਦੇ ਆ, ਕਰੋੜਾਂ ਦੀ ਗਿਣਤੀ ਵਿੱਚ ਉੱਥੇ ਮੁਸਲਮਾਨ ਰਹਿੰਦੇ ਆ, ਪਰ ਕਿਸੇ ਨੇ ਸਿਰ ਨਹੀਂ ਜੇ ਚੱਕਿਆ ਉੱਥੇ। ਜੇ ਉੱਥੇ ਸਿਰ ਚੱਕਿਆ ਤੇ ਤੁਹਾਡੇ ਗੁਰੂ ਦੇ ਖਾਲਸੇ ਨੇ ਚੱਕਿਆ। ਅਸੀਂ ਬੱਚੇ ਆਪਣੇ ਸਕੂਲ 'ਚੋਂ ਬਾਹਰ ਕੱਢ ਲਏ ਤੇ ਗਵਰਨਮੈਂਟ ਦੇ ਉੱਤੇ ਆਪਣਾ ਕੇਸ ਕਰਤਾ ਪਿਆ, ਅਸੀਂ ਤੁਹਾਡੇ ਕਾਨੂੰਨ ਨੂੰ ਐਕਸੈਪਟ ਨਹੀਂ ਜੇ ਕਰਦੇ। ਦੋ ਹੀ ਗੱਲਾਂ ਹੋ ਸਕਦੀ, ਜਾਂ ਗੁਰੂ ਦੇ ਬਣ ਕੇ ਰਹਿਣਾ ਸੀ ਜਾਂ ਉਹਨਾਂ ਦੇ ਬਣ ਕੇ ਰਹਿਣਾ ਸੀ। ਮੈਂ 20 ਸਾਲ ਇੰਡੀਆ ਨਹੀਂ ਆਇਆ, ਪਹਿਲੇ 20 ਸਾਲ, ਤੇ ਪਹਿਲੀ ਵਾਰੀ ਇੱਕ ਡੈਲੀਗੇਸ਼ਨ ਲੈ ਕੇ ਮੈਂ ਇੱਥੇ ਆਇਆ ਸੀ। ਤੇ ਡੈਲੀਗੇਸ਼ਨ ਦੀ ਮੈਂ ਇੱਕ ਛੋਟੀ ਜੀ ਝਲਕ ਦਿੰਦਾ ਜੋ ਗੁਰੂ ਕਿਰਪਾ ਕਰਦਾ। ਮੈਂ ਜਹਾਜ਼ ਵਿੱਚ ਬੈਠਾ ਤੇ ਮੈਨੂੰ ਨੀਂਦ ਨਾ ਆਵੇ, ਇੱਕ ਸ਼ਬਦ ਮੇਰੇ ਮਨ ਦੇ ਵਿੱਚ ਜਿਹੜਾ ਮੈਂ ਕਦੀ ਜ਼ਿੰਦਗੀ 'ਚ ਸੁਣਿਆ ਵੀ ਨਹੀਂ ਸੀ ਉਹ ਆਈ ਜਾਂਦਾ ਸੀ,
हम भीखम भिखारी तेरे नाम के तू निज पथै दाता। मैं कदी अपनी जिंदगी सुनिया नहीं सी, पर वार-वार वो मेरे मन में आई जाता, वार-वार मेरे मन में आई जाता। तो सब तो साडा विशा सीगा कि असीं हरमंदर साहब आके नमस्तक होना सी। सानू लैण वास्ते एयरपोर्ट ते गए जथेदार रणजीत सिंह जी खालसा, जो अकाल तख्त दे जथेदार सी, जो कौम दे जथेदार सी, अज भी कौम उन्हां नूं जथेदार मनदी आ। असीं घूम के आके बड़ी प्रैस वालियां ने भी साडे नाल आई, असीं मत्था टेकिया। जदों आके जिथे हुक्मनामा लिखिया हुंदा वो पढ़िया, तो उही हुक्मनामा जिहड़ा जहाज विच वार-वार साइदात उधर उही हुक्मनामा जिहड़ा उत्थे लिखिया सी। मतलब गुरु जिहड़ा आ वो घट के अंतर की जानत जिहड़ी वो जानदा सी। ਇੱਥੇ ਦੀਆਂ ਜਿੰਨੀਆਂ ਵੀ ਮਹਾਨ ਹਸਤੀਆਂ ਹੈਗੀਆਂ, ਜਿੰਨੇ ਵੀ ਸਾਡੇ ਕੌਮੀ ਲੀਡਰ ਹੈਗੇ ਆ, ਸ਼੍ਰੋਮਣੀ ਕਮੇਟੀ ਲਾ ਲਓ, ਬਾਦਲ ਸਾਹਿਬ ਲਾ ਲਓ, ਛੋਟੇ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ, ਮੱਕੜ ਸਾਹਿਬ, ਜਿੰਨੇ ਵੀ ਇੱਥੇ ਦੇ ਹੈਗੇ ਆ, ਸਾਰਿਆਂ ਦੇ ਮੂਹਰੇ ਮੈਂ ਹੱਥ ਰਗੜ ਕੇ, ਨੱਕ ਰਗੜ ਕੇ, ਸਾਰੇ ਜਿਹੜੇ ਸਾਡੇ ਉੱਥੇ ਦੇ ਕੇਸ ਸੀ ਉਹਨਾਂ ਨੂੰ ਲਿਆ ਕੇ ਦਿੱਤੇ, ਪਰ ਕਿਸੇ ਨੇ ਸਾਡੀ ਗੱਲ ਨਹੀਂ ਜੇ ਸੁਣੀ। ਮੈਂ ਕਲੀਅਰ ਗੱਲ ਕਰਦਾ, ਸਾਰਿਆਂ ਨੇ ਫਾਇਦਾ ਹੀ ਚੱਕਿਆ, ਬਿਆਨਬਾਜ਼ੀ ਕੀਤੀ, ਪਰ ਕਿਸੇ ਸਾਡੀ ਬਾਂਹ ਨਹੀਂ ਫੜੀ। ਪਰ ਦੂਏ ਪਾਸੇ ਮੇਰੇ ਗੁਰੂ ਨੇ ਬਾਂਹ ਛੱਡੀ ਨਹੀਂ, ਦੂਏ ਪਾਸੇ ਗੁਰੂ ਨੇ ਬਾਂਹ ਛੱਡੀ ਨਹੀਂ। ਅਸੀਂ ਫਰਾਨ ਦੀਆਂ ਸਾਰੀਆਂ ਅਦਾਲਤਾਂ ਵਿੱਚ ਕੇਸ ਲੜੇ ਆ, ਕੋਈ ਵੀ ਸਾਰੀ ਦੁਨੀਆ ਵਿੱਚ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਕਿਸੇ ਨੇ ਨਿੱਕਾ ਪੈਸਾ ਦਿੱਤਾ ਹੋਵੇ ਜਾਂ ਕੋਈ ਮਦਦ ਕੀਤੀ ਹੋਵੇ, ਨਾ ਇਹ ਸੰਸਥਾ ਕਹਿ ਸਕਦੀ ਹੈ। ਪਰ ਗੁਰੂ ਦੀ ਕਿਰਪਾ ਇੰਨੀ ਹੋਈ, ਮੈਨੂੰ ਨਹੀਂ ਸੀ ਪਤਾ ਪੈਸੇ ਕਿੱਥੋਂ ਮੇਰੀ ਜੇਬ ਚੋਂ ਨਿਕਲਦੇ ਤੇ ਕਿੱਥੇ ਵੜਦੇ ਆ। ਅਸੀਂ ਫਰਾਂਸ ਦੀਆਂ ਸਾਰੀਆਂ ਅਦਾਲਤਾਂ ਵਿੱਚ ਕੇਸ ਲੜੇ ਆ ਜੀ, ਯੂਰਪੀਅਨ ਕੋਰਟ ਵਿੱਚ ਕੇਸ ਲੜੇ ਆ, ਔਰ ਉਸ ਤੋਂ ਬਾਅਦ ਅਸੀਂ ਯੂਐਨ ਵਿੱਚ ਗਏ ਆ, ਅਮਰੀਕਾ ਦੇ ਵਿੱਚ ਯੂਐਨ ਵਿੱਚ ਕੇਸ ਕੀਤਾ। 3 ਸਾਲਾਂ ਬਾਅਦ ਅਸੀਂ 3 ਕੇਸ ਜਿੱਤੇ ਆ, 3 ਕੇਸ ਜਿੱਤ ਕੇ ਕੌਮ ਦੀ ਝੋਲੀ ਵਿੱਚ ਪਾਏ ਆ। ਇਤਿਹਾਸ ਆ, ਕਦੀ ਸਮਾਂ ਆਏਗਾ ਉਜਾਗਰ ਹੋਣਗੇ। और उत्थे 200 ਵੱਧ मुल्कों के नुमाइंदे उस बैठे थे जिन्होंने फैसला लेके दिता, 15 पेजा का फैसला जिहदे विच लिख के दिता है कि सिख एक बखरी कौम आ उन्हां दी बोली आ उन्हां दा इतिहास आ इदां दे हुंदे आ खांदे आ पींदे आ। हुण सानू यूरोप विच किसी नूं दस्सण दी लोड़ नहीं पई, असीं सिख आ, सानू देख के दिंदे आ तूं सिख आ। वो कहंदे आ तेरे कोल किरपान हैगी आ, तेरे कोल कछहरा, वो सानू पुछदे आ, अगे सानू दसना पैंदा, सानू भिखारी कहंदे सी। जदों तुसीं गुरु दे हो जाने आ, गुरु साडा हो जांदा। मैं इत्थे आके भी दृढ़ता नाल गल पैंदी, मैनूं बहुत खुशी आ। डॉक्टर साहब ने जिन्नी गल कीती आ दृढ़ता नाल कीती आ, जिन्नी गल भैन जी ने कीती आ दृढ़ता नाल कीती आ। जद तक साडा निश्चा नहीं गा अपने गुरु ते, तुसीं कुछ नहीं कर सकदे, ते जद तक असीं अपने आप नूं नहीं सुधारते वो तो किसी को नहीं सुधार सकते। जे साडियां जथेबंदियां विच खोट आई, जे साडियां प्रबंधक कमेटियां च खोट आई, खोट कारण का कारण यह सीगा कि जिहड़े उन्हां दे मुखी सी वो गुरसिख नहीं सीगे, देखण नूं सिख लगदे आ पर सिख है नहीं गे। शर्म आउंदी है गल कहंदे आ सानू अपने भरा भैणां भरावां दे विच, पर वो सिख नहीं गे भैन जी, ਸਰੂਪ ਦੇ ਵਿੱਚ ਜ਼ਰੂਰ ਸਿੱਖ ਹੈਗੇ ਆ। ਪਰ ਜੋ ਤੁਸੀਂ ਅੱਜ ਉਪਰਾਲਾ ਕਰ ਰਹੇ ਹੋ ਤੇ ਜੋ ਮੇਰੀਆਂ ਭੈਣਾਂ ਇੱਥੇ ਆ ਕੇ ਬੈਠੀਆਂ ਹਨ, ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਔਰਤ ਸਮਾਜ ਨੂੰ ਬਦਲਣ ਵਾਸਤੇ ਸਭ ਤੋਂ ਵੱਡਾ ਹਥਿਆਰ ਵੀ ਆ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਔਰਤ ਦੀ ਆ। ਤੇ ਜੇ ਰੱਬ ਨੇ ਆਪਣੇ ਤੋਂ ਬਾਅਦ ਆਪਣੇ ਵਾਲੇ ਗੁਣ ਕਿਸੇ ਨੂੰ ਇਸ ਧਰਤੀ ਦੇ ਉੱਤੇ ਦਿੱਤੇ ਆ ਤੇ ਇੱਕ ਔਰਤ ਆ। ਤੇ ਇਸ ਪ੍ਰੋਗਰਾਮ ਦੇ ਵਿੱਚ ਬੀਬੀਆਂ ਦੀ ਗਿਣਤੀ ਵੀ ਜ਼ਿਆਦਾ ਆ। ਅਸੀਂ ਉੱਥੇ ਗੁਰਮਤਿ ਕੈਂਪ ਲਾਉਂਦੇ ਹਾਂ, 20 ਸਾਲ ਤੋਂ ਗੁਰਮਤਿ ਕੈਂਪ ਲਾਉਂਦੇ ਹਾਂ। ਮੇਰੇ ਕੋਲ ਸਮਾਂ ਨਹੀਂ ਕਿਉਂਕਿ ਸਾਰਿਆਂ ਨੂੰ ਸਮਾਂ ਚਾਹੀਦਾ, ਜੇ ਸਮਾਂ ਮਿਲਿਆ ਆਪਾਂ ਬਾਅਦ ਵਿੱਚ ਗੱਲਾਂ ਕਰਾਂਗੇ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ, ਆਪਣਾ ਆਪ ਸੁਧਾਰ ਲਓ, ਆਪਣਾ ਆਪ ਸੁਧਾਰ ਲਓ। ਜਿੰਨਾ ਵੀ ਸੁਧਾਰ ਲਓਗੇ, ਜਿੱਥੇ ਵੀ ਤੁਸੀਂ ਜਾਓਗੇ ਖੁਸ਼ਬੂ ਖਿਲਾਰੋਗੇ। ਜਿੱਥੇ ਵੀ ਤੁਸੀਂ ਜੇ ਫੁੱਲ ਕਿਤੇ ਗੰਦਗੀ ਦੇ ਉੱਤੇ ਸਿੱਟ ਦਿਓ ਤਾਂ ਆਪਣੀ ਖੁਸ਼ਬੂ ਨਹੀਂ ਜੇ ਗਵਾਉਂਦਾ। ਅਸੀਂ ਜੇ ਯੂਰਪ ਵਿੱਚ ਜਾ ਕੇ, ਮੈਨੂੰ ਸੁਖਬੀਰ ਸਿੰਘ ਬਾਦਲ ਨੇ ਜਦੋਂ ਮੈਂ ਉਹਦੇ ਉੱਤੇ ਸਵਾਲ ਕੀਤਾ ਤੇ ਪ੍ਰਦੇਸੀ ਭਾਰਤੀ ਵਿੱਚ ਆਇਆ ਸੀ, ਮੈਂ ਕਿਹਾ ਉਹਨਾਂ ਨੇ ਆਪਣੀਆਂ ਕਾਮਯਾਬੀਆਂ ਦੱਸੀਆਂ ਤੇ ਮੈਂ ਕਿਹਾ ਜਿਹੜੀ ਦੂਸਰੀ ਆ ਨਸ਼ਿਆਂ ਦਾ ਦਰਿਆ ਵਗਦਾ ਪੰਜਾਬ, ਉਹਦੇ ਬਾਰੇ ਕਾਮਯਾਬੀ ਦੱਸ ਦਿਓ ਕਿ ਉਹ ਕਿਹਨੇ ਕੀਤੀ ਆ। ਪਰ ਉਸ ਸਮੇਂ
ਤਕਰੀਬਨ 70-80 ਮੁਲਕਾਂ ਦੇ ਬੰਦੇ ਉੱਥੇ ਬੈਠੇ ਸੀ ਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹਿ ਦੇਣੀ ਬੜੀ ਜ਼ਰੂਰਤ ਵਾਲੀ ਗੱਲ ਸੀ। ਮੈਂ ਤਾਂ ਬਾਹਰੋਂ ਆਇਆ ਸੀ, ਪਰ ਆਪਾਂ ਕਈ ਮੈਨੂੰ ਲੋਕਾਂ ਨੇ ਕਿਹਾ ਕਿਹੜਾ ਪੰਗਾ ਲੈਣ ਲੱਗਾ। ਪਰ ਜੇ ਸਾਡੇ ਵਿੱਚ ਜ਼ਰੂਰਤ ਹੀ ਨਹੀਂ ਤੇ ਅਸੀਂ ਗੁਰੂ ਦੇ ਸਿੱਖ ਨਹੀਂ ਹੋ ਸਕਦੇ, ਤੇ ਜੇ ਗੁਰੂ ਦੇ ਸਿੱਖ ਆ ਤੇ ਤੁਹਾਨੂੰ ਆਂਚ ਨਹੀਂ ਆ ਸਕਦੀ। ਦੋਨੇ ਗੱਲਾਂ ਆ। ਉਹਨਾਂ ਨੇ ਇਹ ਗੱਲ ਕੀਤੀ ਸੀਗੀ, ਭਾਈ ਸਾਹਿਬ ਜੀ ਤੁਸੀਂ ਇੱਥੇ ਕਹਿ ਰਹੇ ਆ ਵੀ ਨਸ਼ਿਆਂ ਦੀ ਜਿਹੜੀ ਜ਼ਿੰਮੇਵਾਰੀ ਸਾਡੀ ਆ, ਜਾਂ ਇੱਥੇ ਦਰਿਆ ਵਗਦਾ। ਪੈਰਿਸ ਕਹਿੰਦੇ ਮੈਂ ਪੈਰਿਸ ਗਿਆ, ਪੈਰਿਸ ਦੇ ਹਰ ਕੋਨੇ ਉੱਤੇ ਨਸ਼ਿਆਂ ਦੀ ਦੁਕਾਨ ਆ, ਪਰ ਤੁਸੀਂ ਆਪਣੇ ਆਪ ਨੂੰ ਕਿੱਦਾਂ ਸੇਫ ਰੱਖਿਆ? ਆਪਣੀ ਥਾਂ ਤੇ ਉਹ ਸੱਚੇ ਸੀ, ਆਪਣੀ ਥਾਂ ਤੇ ਸੱਚੇ ਸੀ, ਪਰ ਉਹਨਾਂ ਦਾ ਜਵਾਬ ਤਾਂ ਮੈਂ ਉਹਨਾਂ ਨੂੰ ਦੇਤਾ ਉੱਥੇ। ਪਰ ਜੇ ਅਸੀਂ ਆਪ ਅੰਦਰੋਂ ਸੱਚੇ ਹੋ ਗਏ ਤੇ ਸਾਨੂੰ ਪੈਰਿਸ ਜਾਂ ਫਰਾਂਸ ਜਾਂ ਦੂਸਰੇ ਮੁਲਕ ਬਦਲ ਨਹੀਂ ਸਕਦੇ। ਅਸੀਂ ਵੀ ਉੱਥੇ ਇੱਕ ਕਾਇਦਾ ਕੱਢਿਆ, ਮੈਂ ਉਹਦੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਅੱਗੇ ਲਿਆ ਕੇ, ਔਰ ਉਹ ਕਾਇਦਾ ਅਸੀਂ ਇੱਥੇ ਇੰਡੀਆ ਦੇ ਵਿੱਚ ਕਾਫੀ ਹੱਦ ਤੱਕ ਬਣ ਚੁੱਕੇ। ਰਾਜਪਾਲ ਵੀਰ ਜੀ ਇੱਥੇ ਬੈਠੇ ਆ, ਜਿਨ੍ਹਾਂ ਨੇ ਸਾਨੂੰ ਚਾਈਨਾ ਦੇ ਵਿੱਚੋਂ, ਸਿੰਗਾਪੁਰ ਤੋਂ ਵੀ ਕੱਲ੍ਹ ਵੀ ਆਏ ਆ, ਉਹਨਾਂ ਦੇ ਮੈਸੇਜ 'ਤੇ ਸਾਨੂੰ ਉਹ ਕਾਇਦਾ ਹੋਰ ਭੇਜੋ। ਪਰ ਸਾਡੀ ਉਹ ਸਮਰੱਥਾ ਨਹੀਂ ਗੀ, ਉਹ ਗਿਆਨ ਨਹੀਂ ਗਾ ਜਿਹੜੇ ਤਰੀਕੇ ਨਾਲ ਤੁਸੀਂ ਕਰ ਰਹੇ ਆ। ਇਸ ਕਰਕੇ ਤੁਹਾਡੀ ਸਪੋਰਟ ਵਾਸਤੇ ਅਸੀਂ ਆਏ ਹਾਂ, ਤੇ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਯੂਰਪ ਦੀਆਂ ਜਿੰਨੇ ਵੀ ਮੁਲਕ ਹੈਗੇ ਆ, ਉਹਦੀਆਂ ਸੰਗਤਾਂ ਤੁਹਾਡਾ ਸਮਰਥਨ ਕਰਨਗੀਆਂ, ਤੁਹਾਨੂੰ ਸਪੋਰਟ ਕਰਨਗੀਆਂ ਜਿੱਦਾਂ ਦੀ ਸਪੋਰਟ ਚਾਹੋਗੇ। ਬਾਹਰਲੇ ਲੋਕ ਇੱਥੇ ਲੋਕਾਂ ਨਾਲੋਂ ਬਹੁਤ ਜ਼ਿਆਦਾ ਦੁਖੀ ਆ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ। ਅਸੀਂ ਉੱਥੇ ਦੇ ਬੱਚੇ ਜਿਹੜੇ ਸਾਂਭ ਕੇ ਕਈ ਵਾਰੀ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਆਪਣੇ ਬੱਚੇ ਯੂਰਪ ਵਿੱਚ ਜਾ ਕੇ ਸਾਂਭ ਲਏ ਆ, ਪਰ ਪੰਜਾਬ ਦੇ ਬੱਚਿਆਂ ਦੇ, ਮੈਂ ਜਦੋਂ ਪੱਗ ਦੀ ਇੱਥੇ ਆ ਕੇ ਗੱਲ ਕਰਦਾ ਸੀ ਕਿਤੇ ਗੁਰਦੁਆਰੇ ਜਾਂ ਦੂਸਰੇ ਗੱਲ ਕਰਦਾ ਸੀ, ਪੱਗ ਦੀ ਗੱਲ ਕਰਨਾ ਪੈਰਿਸ ਤੋਂ ਆਇਆ ਸੀਗਾ, ਪਰ ਮੈਨੂੰ ਸ਼ਰਮ ਆਉਂਦੀ ਸੀ। ਮੈਂ ਕਿਹਾ ਮੈਂ ਹੁਣ ਆਪਣੀ ਪੱਗ ਦੀ ਗੱਲ ਕਰਾਂਗਾ, ਤੁਹਾਡੇ ਪੱਗ ਦੀ ਗੱਲ ਕਰਾਂ। ਮੈਨੂੰ ਆਪਣੇ ਆਪ ਨੂੰ ਸ਼ਰਮ ਆ ਜਾਂਦੀ ਫਿਰ ਮੈਂ ਕਿਹੜੇ ਮੂੰਹ ਨਾਲ ਤੁਹਾਡੀ ਗੱਲ ਕਰਾਂ, ਕਿ ਤੁਹਾਡੇ ਵਿੱਚੋਂ ਰੋਸ਼ਨੀ ਲੈ ਕੇ, ਇਹ ਸਾਡੀ ਮਾਂ ਧਰਤੀ ਆ, ਸਾਡੀ ਪੰਜਾਬ ਦੀ ਧਰਤੀ, ਜਿਹਦੇ ਕਰਕੇ ਅਸੀਂ ਸਾਰੇ ਦੁਨੀਆ ਤੇ ਜਾਣੇ ਜਾਂਦੇ ਆ। ਤੇ ਉੱਥੇ ਇਹ ਹਾਲ ਹੋਇਆ ਸਿੱਖੀ ਦਾ, ਤੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖੀ ਜਿਹੜੀ ਆ ਕਾਫੀ ਸੰਭੀ ਆ। ਤੁਸੀਂ ਇਹਦੇ ਸਟਰਗਲ ਕਰਦੇ ਰਹੋ, ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ। ਭੈਣ ਜੀ ਨੇ ਜੋ ਵੀ ਗੱਲਾਂ ਕੀਤੀਆਂ ਬਹੁਤ ਹੀ ਸਟਰੋਂਗ ਆ, ਤੇ ਤੁਹਾਨੂੰ ਹੁੰਗਾਰਾ ਮਿਲ ਰਿਹਾ। ਅਸੀਂ ਤੁਹਾਡੇ ਨਾਲ ਆ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਵੀ ਕਿਸੇ ਵੀ ਵੀਰ ਦਾ, ਭੈਣ ਦਾ ਕੋਈ ਬਾਅਦ 'ਚ ਵੀ ਆਪਾਂ ਤੁਰਦੇ ਫਿਰਦੇ ਕੋਈ ਗੱਲ ਕਰ ਸਕਦੇ, ਕਿਉਂਕਿ ਸਮਾਂ ਨਿਸ਼ਚਿਤ ਆ, ਗੱਲਾਂ ਬਹੁਤ ਕਰਨ ਵਾਲੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਦਿਆਲ ਸਿੰਘ ਜੀ ਨੇ ਫਰਾਂਸ ਤੋਂ ਸਮੁੱਚੀ ਯੂਰਪ ਦੀ ਸੰਗਤ ਵੱਲੋਂ ਰਿਪਰੈਜ਼ੈਂਟ ਕੀਤਾ ਹੈ, ਤੇ ਬੜੇ ਸੋਹਣੇ ਵਿਚਾਰ ਦੱਸੇ ਨੇ। ਜਿੱਥੇ ਜਾਏ ਵਈਏ ਭਲਾ ਕਹੀਏ, ਛੋੜ ਝੋਲ ਅੰਮ੍ਰਿਤ ਪੀਜੈ। ਤੋ ਇਸ ਪ੍ਰਥਾਏ ਸਾਨੂੰ ਹਰ ਚੀਜ਼ ਵਿੱਚੋਂ ਖੁਸ਼ਬੋਈ ਦਿਸਦੀ ਹੈ, ਔਰ ਸਾਨੂੰ ਦਿਸਣੀ ਚਾਹੀਦੀ ਹੈ। ਸਿੱਖੀ ਦੀ ਇਹੀ ਖੁਸ਼ਬੋਈ ਹੈ। ਆਪ ਜੀ ਨੇ ਇੱਕ ਬੜਾ ਸੋਹਣਾ ਡਿਫਰੈਂਸ ਹੈ ਜਿਹੜਾ ਕਿ ਐਕਸਪਲੋਇਟ ਕੀਤਾ ਜਾ ਸਕਦਾ ਹੈ ਕਿ ਯੂਰੋ ਦਾ ਔਰ ਰੁਪੀ ਦਾ। ਔਰ ਜੇਕਰ ਯੂਰਪ ਦੀ ਸੰਗਤ ਵਿੱਚ ਇਸ ਤਰ੍ਹਾਂ ਦਾ ਆਪ ਜੀ ਦੇ ਸਹਿਯੋਗ ਦੇ ਨਾਲ ਥੋੜ੍ਹਾ ਜਿਹਾ ਆਤਮ ਪ੍ਰਗਾਸ ਦੇ ਲਈ ਆਪਾਂ ਸੋਚੀਏ, ਤਾਂ ਇਸ ਵੇਲੇ 24 ਕਿਤਾਬਾਂ ਆਪਣੀਆਂ ਹੋ ਗਈਆਂ, ਸਾਰੀਆਂ ਮੋਸਟਲੀ ਕਲਰਡ ਹੋ ਗਈਆਂ। ਅਤੇ ਜੇਕਰ ਅਸੀਂ ਟੀਚਾ ਗੁਰਦਿਆਲ ਸਿੰਘ ਜੀ ਮਿੱਥੀਏ ਕਿ 1000 ਸਕੂਲ ਤੱਕ, ਜਿਹੜੇ ਸਕੂਲ ਇਨੀਸ਼ੀਅਲੀ ਕਈ ਵਾਰ ਰਿਲੈਕਟੈਂਟ ਵੀ ਹੁੰਦੇ ਨੇ ਖਰਚਾ ਕਰਨ ਲਈ, ਅਤੇ ਜੇ ਅਸੀਂ ਉੱਥੇ ਪਹੁੰਚਾ ਦਈਏ। ਹਾਂਜੀ, ਇੱਕ ਸੈੱਟ ਹਾਂਜੀ, 1000 ਸਕੂਲਾਂ 'ਚ ਨਾ, 1000 ਸਕੂਲਾਂ 'ਚ ਇੱਕ ਸੈੱਟ ਪਹੁੰਚਾਈਏ, ਤਾਂ ਇਹ ਕਰੀਬ ਭਾਰਤੀ ਕਰੰਸੀ ਦੇ ਹਿਸਾਬ ਨਾਲ 15 ਕੁ ਲੱਖ ਰੁਪਏ ਦਾ ਖਰਚਾ ਬਣਦਾ ਹੈ। ਜੇ ਅਸੀਂ ਇਸ ਤਰ੍ਹਾਂ ਦਾ ਕੁਛ ਜੇ ਠੀਕ ਲੱਗੇ ਵੀ ਇਹ ਪਹੁੰਚਾਉਣਾ ਲਾਹੇਵੰਦਾ ਹੋਏਗਾ, ਤਾਂ ਆਈ ਫੀਲ ਯੂਰਪ ਦੀ ਸੰਗਤ ਲਈ ਇਹ 80 ਟਾਈਮਸ ਡਿਵਾਈਡ ਹੋ ਕੇ ਖਰਚਾ ਬਣ ਜਾਂਦਾ। ਅਤੇ ਉਹ ਦਿਸ ਕਰੰਸੀ ਡਿਫਰੈਂਸ ਕੈਨ ਬੀ ਐਕਸਪਲੋਇਟਡ ਫॉर ਬੈਟਰਮੈਂਟ। ਇੱਕ ਕੁਰਸੀ ਰਖਾਈ ਸੀ ਜੀ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਜੀ ਦੀ, ਪਲੀਜ਼ ਰਖਾਓ ਜੀ ਇੱਥੇ। ਪ੍ਰਿੰਸੀਪਲ ਨਰਿੰਦਰਪਾਲ ਸਿੰਘ ਜੀ, ਬਹੁਤ ਬਹੁਤ ਗੁਸਤਾਖੀ ਹੋ ਗਈ, ਤੁਸੀਂ ਕਾਈਂਡਲੀ ਸੁਸ਼ੋਭਤ ਹੋ ਪੈਨਲ ਵਿੱਚ, ਔਰ ਹਿਸਟਰੀ ਦਾ ਐਸਪੈਕਟ ਬਹੁਤ ਜ਼ਰੂਰੀ ਹੈ, ਔਰ ਤੁਸੀਂ ਤੁਹਾਡੇ ਐਕਸਪਰਟ ਵਿਊਜ਼, ਕਾਈਂਡਲੀ ਪਲੀਜ਼ ਜੁਆਇਨ ਅਸ। ਸਰ ਨਰਿੰਦਰਪਾਲ ਸਿੰਘ ਜੀ ਦਿੱਲੀ ਤੋਂ, ਔਰ ਹਿਸਟਰੀ ਦੇ ਮਾਹਰ ਨੇ, ਬਹੁਤ ਸਿੰਪਲ ਪਰਸਨ ਇਹ ਸਾਡੇ 'ਚ ਜੁਆਇਨ ਕਰਨਗੇ। ਮੈਂ ਮੀਨਵਾਈਲ ਬੇਨਤੀ ਕਰਦਾ ਭਾਈ ਗੁਰਿਕਪਾਲ ਸਿੰਘ ਜੀ ਨੂੰ
ਕਿ ਅਧਿਆਪਕ ਜਿਹੜੇ ਨੇ ਇਹਨਾਂ ਦਾ ਮਿਆਰ, ਇਹਨਾਂ ਦੀ ਸਟੱਡੀ, ਇਹਨਾਂ ਦਾ ਜੀਵਨ ਤੇ ਉਹ ਜਿਹੜੀਆਂ ਗੱਲਾਂ ਸਚਿਆਰ ਦੀਆਂ ਆਪਾਂ ਕਰ ਰਹੇ ਹਾਂ ਤੇ ਇਸ ਵਿੱਚ ਪ੍ਰਥਾ ਹੈ, ਕਿਉਂਕਿ ਕੰਮ ਅਸਲੀ 'ਚ ਸਾਰਾ ਕੁਝ ਹੋਣ ਤੋਂ ਬਾਅਦ, ਕਿਤਾਬਾਂ ਬਣਨ ਤੋਂ ਬਾਅਦ, ਸੰਸਥਾਵਾਂ ਦੇ ਕੰਮ ਤੋਂ ਬਾਅਦ, ਐਡਮਿਨਿਸਟ੍ਰੇਟਿਵ ਸੈਂਕਸ਼ਨ ਤੋਂ ਬਾਅਦ ਡਾਕਟਰ ਜਿੰਦਰ ਕੌਰ ਜੀ ਕਹਿ ਦੇਣ ਓਕੇ ਕਰੋ ਕੰਮ, ਅਲਟੀਮੇਟਲੀ ਕਰਨਾ ਅਧਿਆਪਕ ਨੇ। ਸੋ ਐਟ ਗ੍ਰਾਸ ਰੂਟ ਗਰਾਊਂਡ ਰਿਐਲਿਟੀ ਨੂੰ ਫੇਸ ਕਰ ਰਹੇ ਨੇ ਅਧਿਆਪਕ, ਉਹਨਾਂ ਦੇ ਪ੍ਰਥਾਏ ਜਾਂ ਵਿਦਿਅਕ ਸੰਸਥਾਵਾਂ ਬਾਰੇ ਆਪ ਜੀ ਦੇ ਜੋ ਵਿਚਾਰ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਕਲੀ ਸਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੂਝੀਏ, ਅਕਲੀ ਕੀਚੇ ਦਾਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ,